वाहिगुरू जी का खालसा वाहिगुरू जी की फतेह। अज तकरीबन 7 महीने हो गए वाहिगुरू जी की बख्शिश सदका एजुकेट पंजाब प्रोजेक्ट गुरु नानक मल्टी यूनिवर्सिटी वालों जो जो ये जीवन की सोहनी घाट घड़न का उपराला शुरू किया गया। सो गुरु की बख्शिश सदका अज 210 दिन हो गए आ कि असी ਆਪਾਂ ਸਾਰੇ ਸੰਗਤ ਰੂਪ ਦੇ ਵਿੱਚ ਜੁੜਦੇ ਆ ਤੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜਨਾ ਕਰਦੇ ਆ। ਸੋ ਜਿੰਨੇ ਵੀ ਬੱਚੇ ਮਾਪੇ ਵੀਰ ਭੈਣ ਭਰਾ ਜੁੜ ਚੁੱਕੇ ਹਨ ਸਾਰਿਆਂ ਦਾ ਸਵਾਗਤ ਹੈ ਜੀ। ਆਓ ਅੱਜ ਦੀ ਸ਼ੁਰੂਆਤ ਜਾਪ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਜੀ। ਜਾਪ ਦੀ ਸੇਵਾ ਲੈ ਰਹੇ ਨੇ ਮਨਵੀਰ ਕੌਰ ਜੀ, ਹਰਪ੍ਰੀਤ ਕੌਰ ਜੀ, ਮਨਵੀਰ ਕੌਰ ਜੀ ਜਿਨ੍ਹਾਂ ਦਾ EPP ਨੰਬਰ 9424 ਤੇ ਹਰਪ੍ਰੀਤ ਕੌਰ ਜੀ EPP ਨੰਬਰ 11299। ਹਾਂਜੀ ਬੇਟਾ ਜੀ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਬੇਟੀ ਮਨਵੀਰ ਕੌਰ ਤੇ ਹਰਪ੍ਰੀਤ ਕੌਰ ਜੀ ਦਾ, ਜਿਨ੍ਹਾਂ ਨੇ ਸਾਨੂੰ ਉਸ ਵਾਹਿਗੁਰੂ ਜੀ ਦੇ ਨਾਲ ਜੋੜਨਾ ਕੀਤਾ। ਤੇ ਅੱਜ ਕਵਿਤਾ ਕਵਿਸ਼ਰੀ ਜੋ ਆਪਾਂ ਸੁਣਨ ਜਾ ਰਹੇ ਹਾਂ ਉਹ EPP ਨੰਬਰ 366 ਤੇ EPP ਨੰਬਰ 12063 ਜੋ ਬਹੁਤ ਹੀ ਬਖਸ਼ਿਸ਼ ਦੇ ਪਾਤਰ ਬੱਚੇ ਜਿਨ੍ਹਾਂ ਨੂੰ ਤਕਰੀਬਨ ਆਪਾਂ ਜਿੰਨੇ ਵੀ ਜੁੜੇ ਹੋਏ ਆ ਤਕਰੀਬਨ ਸਾਰਿਆਂ ਨੇ ਸੁਣ ਲਿਆ ਹੋਵੇਗਾ ਇੱਕ ਵਾਰੀ ਜ਼ਰੂਰ ਇਹਨਾਂ ਨੂੰ। ਤੇ ਅਸੀਂ ਤੇ ਆਪਾਂ ਤਕਰੀਬਨ ਹਰ ਰੋਜ਼ ਵਾਂਗੂ ਸੁਣਦੇ ਇਹਨਾਂ ਨੂੰ ਹਰ ਥਾਂ ਤੇ ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਜਿਹੜਾ ਇਹਨਾਂ ਦੀ ਆਵਾਜ਼ ਨੂੰ ਸੁਣਨਾ ਮਿਲਦਾ ਹੈ। ਸੋ ਆਓ ਆਪਾਂ ਇਹਨਾਂ ਤੋਂ ਵਿਸ਼ਰੀ ਸੁਣੀਏ ਜੀ। ਕੁਮਰਜੀਤ ਸਿੰਘ ਜੀ ਤੇ ਰਣ ਫਤਿਹ ਸਿੰਘ ਜੀ, ਸਵਾਗਤ ਹੈ ਬੇਟਾ ਜੀ। ਸਭ ਤੋਂ ਪਹਿਲਾਂ ਦਸਮ ਪਿਤਾ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਮਰ ਅਜੀਤ ਸਿੰਘ ਖਾਲਸਾ ਤੇ ਮੈਂ ਰਣ ਫਤਿਹ ਸਿੰਘ ਖਾਲਸਾ ਆਪ ਜੀ ਨੂੰ ਕਵਿਸ਼ਰੀ ਸਰਵਣ ਕਰਵਾਉਣ ਜਾ ਰਹੇ ਹਾਂ। ਮਾਤਾ ਗੁਜਰੀ ਪਿਤਾ ਸਤਿਗੁਰੂ ਤੇਗ ਬਹਾਦਰ ਜੀ, ਕਰੀ ਬਿਨੈ ਜਿਨ੍ਹਾਂ ਦੀ ਮੰਨੀ ਪ੍ਰਭ ਨੇ ਸਾਦਰ ਜੀ। ਕਰੀ ਬਿਨੈ ਜਿਨ੍ਹਾਂ ਦੀ ਮੰਨੀ ਪ੍ਰਭ ਨੇ ਸਾਦਰ ਜੀ। ਬਖਸ਼ਿਆ ਬਲੀ ਸਪੂਤ ਤਾਨਣਾ ਜਿਨਨੇ ਤੀਰਾਂ ਨੂੰ, ਆਇਆ ਮਰਦ ਗੰਮੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਆਇਆ ਮਰਦ ਗੰਬੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਜੀ ਪਟਨਾ ਸ਼ਹਿਰ ਵਿਖੇ ਗੁਰੂ ਗੋਬਿੰਦ ਰਾਏ ਸਹਾਏ ਨੇ, ਸੁਰ ਨਰ ਮੁਨ ਜਨ ਦੇਵ ਦਰਸ਼ਨਾਂ ਨੂੰ ਲਲਚਾਏ ਨੇ। ਸੁਰ ਨਰ ਮੁਨ ਜਨ ਦੇਵ ਦਰਸ਼ਨਾਂ ਨੂੰ ਲਲਚਾਏ ਨੇ। ਉਹ ਫੁੱਲ ਵਰਸਾਏ ਪਰੀਆਂ ਆਈਆਂ ਘੱਤ ਵਹੀਰਾਂ ਨੂੰ, ਆਇਆ
ਮਰਦ ਅਗੰਮੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਆਇਆ ਮਰਦ ਅਗੰਬੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਜੀ ਭਾਰੀ ਲੀਲਾ ਬਚਪਨ ਦੀ ਦਾਸਾਂ ਦੀ ਕਹਿਣੀ ਤੋਂ, ਦਿਲ ਦਾ ਜਾਨੀ ਲੈ ਗੁਰਾਈਆਂ ਰਾਣੀ ਮੈਣੀ ਤੋਂ। ਦਿਲ ਦਾ ਜਾਨੀ ਲੈ ਗੁਰਾਈਆਂ ਰਾਣੀ ਮੈਣੀ ਤੋਂ। ਡੋਲੇ ਹੋਏ ਦਿਲਾਂ ਦੇ ਤਾਈ ਜੋ ਦੇਵੇ ਤੀਰਾਂ ਨੂੰ। ਆਇਆ ਮਰਦ ਅਗੰਮੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਆਇਆ ਮਰਦ ਅਗੰਬੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਹੋ ਗੰਗਾ ਦੇ ਵਿੱਚ ਸੁੱਟੇ ਲਾ ਸੋਨੇ ਦੇ ਕੰਗਣ ਜੀ, ਹਾਣੀਆਂ ਤਾਈ ਰੰਗ ਪ੍ਰੇਮ ਦਾ ਲੱਗੇ ਰੰਗਣ ਜੀ। ਹਾਣੀਆਂ ਤਾਈ ਰੰਗ ਪ੍ਰੇਮ ਦਾ ਲੱਗੇ ਰੰਗਣ ਜੀ। ਹੋ ਸਾਥੀ ਬਣ ਕੇ ਆਪਾਂ ਆਖੇ ਛੱਡ ਤਕਰੀਰਾਂ ਨੂੰ। ਆਇਆ ਮਰਦ ਅਗੰਮੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਆਇਆ ਮਰਦ ਅਗੰਬੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਹੋ ਮਦਰ ਦੇਸ਼ ਵਿੱਚ ਜਾ ਕੇ ਬਾਪੂ ਦਿੱਲੀ ਤੋਰ ਦਿੱਤਾ, ਨੌਵੇਂ ਗੁਰ ਨੇ ਸਿਰ ਦੀ ਤੇ ਠੀਕਰ ਫੋਰ ਦਿੱਤਾ। ਨੌਵੇਂ ਗੁਰ ਨੇ ਸਿਰ ਦੀ ਤੇ ਠੀਕਰ ਫੋਰ ਦਿੱਤਾ। ਹੋ ਸਾਵੇਂ ਹੁਣ ਜਾ ਵਰਤੇ ਚੁੱਕਿਆ ਹੈ ਸ਼ਮਸ਼ੀਰਾਂ ਨੂੰ। ਆਇਆ ਮਰਦ ਅਗੰਮੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਆਇਆ ਮਰਦ ਅਗੰਮੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਦੇ ਕੇ ਖੰਡਿਓ ਬਹੁਲ ਪਿਤਾ ਨੇ ਸਿੰਘ ਸਜਾ ਦਿੱਤਾ, ਪਰ ਕੇ ਐਸੀ ਸ਼ਕਤੀ ਚਿੜੀਓ ਬਾਜ ਤੁੜਾ ਦਿੱਤਾ। ਪਰ ਕੇ ਐਸੀ ਸ਼ਕਤੀ ਚਿੜੀਓ ਬਾਜ ਤੁੜਾ ਦਿੱਤਾ। ਹੋ ਕੀਤਾ ਗਿੱਦੜੋਂ ਸ਼ੇਰ ਉਸਨੇ ਹੈ ਦਲਗੀਰਾਂ ਨੂੰ। ਆਇਆ ਮਰਦ ਅਗੰਮੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਆਇਆ ਮਰਦ ਅਗੰਮੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਵਾਰ ਦਿੱਤਾ ਸਰਬੰਸ ਉਸਨੇ ਸਿੱਖੀ ਖਾਤਰ ਜੀ, ਕਿਸੇ ਵੀ ਗੱਲੋਂ ਹੋਣ ਨਾ ਦਿੱਤਾ ਪੰਥ ਨੂੰ ਆਤਰ ਜੀ। ਕਿਸੇ ਵੀ ਗੱਲੋਂ ਹੋਣ ਨਾ ਦਿੱਤਾ ਪੰਥ ਨੂੰ ਆਤਰ ਜੀ। ਆਣ ਜਗਾਈਆਂ ਉਸਨੇ ਸੁੱਟੀਆਂ ਫੂਕ ਜ਼ਮੀਰਾਂ ਨੂੰ। ਆਇਆ ਮਰਦ ਅਗੰਮੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਆਇਆ ਮਰਦ ਅਗੰਬੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਗਿਆਨ ਵੀਰ ਤੇ ਪੜ ਕੇ ਬਾਣੀ ਵਿੱਚ ਸਮਝਾਵੇ ਜੋ, ਦੋਖੀ ਨਿੰਦਕਾਂ ਕਾਇਰਾਂ ਕੋਲੋਂ ਸੁਣੀ ਨਾ ਜਾਵੇ ਜੋ। ਦੋਖੀ ਨਿੰਦਕਾਂ ਕਾਇਰਾਂ ਕੋਲੋਂ ਸੁਣੀ ਨਾ ਜਾਵੇ ਜੋ। ਝੜ ਝੜ ਪੈਂਦੇ ਨਿੰਦਕ ਹੈ ਬੁਰੀਆਂ ਤਕਰੀਰਾਂ ਨੂੰ। ਆਇਆ ਮਰਦ ਅਗੰਮੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਆਇਆ ਮਰਦ ਅਗੰਮੜਾ ਤੋੜਨ ਜ਼ੁਲਮ ਜੰਜੀਰਾਂ ਨੂੰ। ਜ਼ੁਲਮ ਜੰਜੀਰਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸਤਿ ਸ੍ਰੀ ਸ੍ਰੀ ਅਕਾਲ।
ਵਾਹਿਗੁਰੂ ਜੀ ਇਸੇ ਤਰ੍ਹਾਂ ਬਖਸ਼ਿਸ਼ ਬਣਾਈ ਰੱਖਣ ਜੀ ਆਪਣੀ। ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਗਟਿਓ ਮਰਦ ਗੰਮੜਾ ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਸੱਚਮੁੱਚ ਜੰਜੀਰਾਂ ਤੋੜਨ ਦੇ ਲਈ ਸਤਿਗੁਰ ਜੀ ਇਸ ਮਾਤ ਲੋਕ ਤੇ ਆਏ ਤੇ ਉਹਨਾਂ ਦੇ ਹੱਥਾਂ ਜਿਵੇਂ ਚਿੜੀਆਂ ਤੋਂ ਬਾਜ ਤੜਾਉਣ ਵਾਲੀ ਗੱਲ ਕਿ ਉਹ ਜਿਹੜੇ ਤੱਕੜੀ ਤੋਲਣ ਜਾਣਦੇ ਸੀ ਤੇ ਡਰਦੇ ਸੀ, ਉਹਨਾਂ ਦੇ ਹੱਥਾਂ ਵਿੱਚ ਤਲਵਾਰਾਂ ਹਥਿਆਰ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ। ਸੋ ਇਹਨਾਂ ਦੇ ਸੰਬੰਧਿਤ ਅੱਜ ਕੱਲ ਆਪਾਂ ਗੁਰਪੁਰਬ ਮਨਾਇਆ। ਇਸ ਸੰਬੰਧ ਵਿੱਚ ਕਵਿਸ਼ਰੀ ਹੈ ਜਿਹੜੀ ਗਾਈ ਬਹੁਤ ਪਿਆਰ ਦੇ ਨਾਲ, ਬਹੁਤ ਵਧੀਆ ਜੀ, ਬਹੁਤ ਧੰਨਵਾਦ। ਹੁਣ ਅੱਗੇ ਸਿਮਰਨਪ੍ਰੀਤ ਕੌਰ ਜੀ 9602, ਸੁਖਮਣੀਪ੍ਰੀਤ ਕੌਰ ਜੀ 9604, ਇਹ ਗੁਰਦਾਸਪੁਰ ਤੋਂ ਬੇਟੀਆਂ ਜਿਹੜੀਆਂ ਕਵਿਸ਼ਰੀ ਲੈ ਕੇ ਆਈਆਂ ਨੇ ਜੀ। ਆਓ ਪਿਆਰ ਦੇ ਨਾਲ ਸਰਵਣ ਕਰੀਏ। ਹਾਂਜੀ ਬੇਟਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੁਖਮਣੀਪ੍ਰੀਤ ਕੌਰ ਹੈ ਜੀ ਅਤੇ ਮੇਰਾ EPP ਨੰਬਰ 9602 ਹੈ ਜੀ। ਮੇਰਾ ਨਾਮ ਸਿਮਰਨਪ੍ਰੀਤ ਕੌਰ ਹੈ ਜੀ। ਮੇਰਾ EPP ਨੰਬਰ 9604 ਹੈ ਜੀ। ਵਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਵਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਰਾਤ ਹਨੇਰੀ ਬਿਜਲੀ ਲਿਸ਼ਕੇ, ਰਾਹ ਜੰਗਲਾਂ ਦੇ ਪੈ ਗਏ ਨੇ। ਰਾਤ ਹਨੇਰੀ ਬਿਜਲੀ ਲਿਸ਼ਕੇ, ਰਾਹ ਜੰਗਲਾਂ ਦੇ ਪੈ ਗਏ ਨੇ। ਰੇਸ਼ਮ ਨਾਲੋਂ ਸੋਲ ਸਰੀਰ ਨੂੰ, ਦੁਖੜੇ ਸਹਿਣੇ ਪੈ ਗਏ ਨੇ। ਛੋਟੀ ਉਮਰ ਦੇ ਦੋਨੋਂ ਬਾਲ ਜੀ, ਮਾਤਾ ਗੁਜਰੀ ਉਹਨਾਂ ਦੇ ਨਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਕਹਿਰ ਦੀ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ। ਕਹਿਰ ਦੀ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ। ਉਂਗਲੀ ਫੜ ਕੇ ਮਾਂ ਗੁਜਰੀ ਦੀ, ਰਾਹ ਪੱਥਰਾਂ ਦੇ ਲੰਘਦੇ ਨੇ। ਕਦੋਂ ਜੀਤ ਤੇ ਜੁਝਾਰ ਵੀਰੇ ਆਉਣਗੇ, ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਉਮਰ ਨਿਆਣੀ ਦੋ ਬੱਚਿਆਂ ਦੀ, ਇੱਕ ਮਾਂ ਬੁੱਢੜੀ ਸਾਥ ਕਰੇ। ਉਮਰ ਨਿਆਣੀ ਦੋ ਬੱਚਿਆਂ ਦੀ, ਇੱਕ ਮਾਂ ਬੁੱਢੜੀ ਸਾਥ ਕਰੇ। ਬੇਦੋਸ਼ੇ ਨਾ ਨਿਰਦੋਸ਼ਾਂ ਦਾ, ਕੌਣ ਹੈ ਜੋ ਇਨਸਾਫ ਕਰੇ। ਕੈਸੀ ਹੋਣੀ ਨੇ ਖੇਡੀ ਚਾਲ ਜੀ, ਗੰਗੂ ਪਾਪੀ ਉਹਨਾਂ ਦੇ ਨਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਬੇਟੀ ਸਿਮਰਨਪ੍ਰੀਤ ਕੌਰ ਤੇ ਸੁਖਮਣੀਪ੍ਰੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਯਾਦ ਦਿਲਾਈ ਹੈ, ਮਾਤਾ ਗੁਜਰ ਕੌਰ ਦੀ ਯਾਦ ਦਿਲਾਈ ਹੈ। ਨਿਕੜੇ ਬਾਬੇ, ਬਾਬੇ ਕਰਨੀ ਕਰਕੇ ਤੇ ਬਾਲ ਉਮਰ ਕਰਕੇ, ਸਾਡੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਯਾਦ ਦਿਲਵਾਈ ਹੈ। ਬੇਟੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਸਾਡੇ ਨਾਲ ਜੁੜ ਚੁੱਕੇ ਹਨ ਸਰਦਾਰ ਜਸਮੀਤ ਸਿੰਘ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਉਹਨਾਂ ਦਾ ਸਵਾਗਤ ਹੈ ਜੀ। ਜੀਓ ਆਇਆਂ। ਉਹਨਾਂ ਦਾ ਵਿਸ਼ਾ ਹੈ ਕੈਰੀਅਰ ਗਾਈਡੈਂਸ। ਸੋ ਆਪਣਾ ਵਿਸ਼ਾ ਲੈਣਗੇ ਜੀ। ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਇੱਕ ਵਾਰ ਫਤਿਹ ਦੀ ਸਾਂਝ ਦੁਬਾਰਾ ਕਰੀਏ ਜੀ ਸਭ ਮਿਲ ਕੇ। ਇਸ ਰੂਮ 'ਚ, ਇਸ ਜ਼ੂਮ ਕਾਲ 'ਚ ਬਹੁਤ એનર્ਜੀ ਹੈ। ਅਸੀਂ ਸਟਾਰਟ ਕੀਤਾ ਹੈ ਸੈਸ਼ਨ ਵਿਦ ਦ ਨੇਮ ਆਫ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਦੀ ਸਪਿਰਿਟ ਨਾਲ, ਸਾਡੇ 10ਵੇਂ ਪਾਤਸ਼ਾਹ ਦੀ ਸਪਿਰਿਟ ਨਾਲ ਅਸੀਂ ਇਹ ਸੈਸ਼ਨ ਸਟਾਰਟ ਕੀਤਾ ਹੈ। ਇੱਕ ਵਾਰ ਮੈਂ ਸਾਰੇ ਬੱਚਿਆਂ ਨੂੰ ਰਿਕਵੈਸਟ ਕਰਾਂਗਾ, ਸਾਰੇ ਪੇਰੈਂਟਸ ਨੂੰ ਰਿਕਵੈਸਟ ਕਰਾਂਗਾ, ਸਾਰੇ ਐਜੂਕੇਟਰ, ਸਾਰੇ ਟੀਚਰਸ ਨੂੰ ਰਿਕਵੈਸਟ ਕਰਾਂਗਾ ਕਿ ਅਸੀਂ ਇੱਕ ਵਾਰ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮੈਮ ਦਾ, ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ, ਇਹ ਮੌਕਾ ਦਿੱਤਾ ਕਿ ਮੈਂ ਪੰਜਾਬ ਦੇ ਫਿਊਚਰ ਨਾਲ, ਪੰਜਾਬ ਦੇ ਐਜੂਕੇਟਰਸ ਨਾਲ ਤੇ ਪੰਜਾਬ ਦੇ ਪੇਰੈਂਟਸ ਨਾਲ ਇਸ ਮਾਧਿਅਮ ਦੇ ਰਾਹੀਂ ਗੱਲ ਕਰ ਸਕਾਂ। ਮੈਂ ਦੇਖ ਰਿਹਾ ਸਕਰੀਨਾਂ ਤੇ ਕੁਝ ਛੋਟੇ ਬੱਚੇ ਵੀ ਨੇ, ਕੁਝ ਟੀਚਰਸ ਵੀ ਨੇ ਤੇ ਕੁਝ ਵੱਡੇ ਸਾਡੇ ਮੇਰੇ ਭੈਣ ਭਰਾ ਵੀ ਨੇ, ਰਾਈਟ। ਤੇ ਅੱਜ ਦਾ ਜਿਹੜਾ ਟੌਪਿਕ ਹੈ, ਐਂਡ ਆਈ ਕੈਨ ਸੀ ਸਮ ਸਮਾਈਲਿੰਗ ਫੇਸਿਸ ਆਲਸੋ, ਅੱਜ ਦਾ ਜਿਹੜਾ ਟੌਪਿਕ ਹੈ, ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਅੱਜ ਦਾ ਟੌਪਿਕ ਬਹੁਤ ਇੰਪੋਰਟੈਂਟ ਹੈ ਤੇ ਸਪੈਸ਼ਲੀ ਮੈਂ ਟੀਚਰਸ ਨੂੰ ਰਿਕਵੈਸਟ ਕਰਾਂਗਾ ਕਿ ਜੇ ਮੈਂ, ਕਿਉਂਕਿ ਸਾਡੀ ਕਮਿਊਨੀਕੇਸ਼ਨ ਸਟਾਈਲ ਹੈ, ਜੇ ਮੈਂ ਆਪਣੇ ਕਮਿਊਨੀਕੇਸ਼ਨ ਸਟਾਈਲ ਵਿੱਚ ਕਿਤੇ ਵੀ ਕੁਝ ਚੀਜ਼ਾਂ ਕਮਿਊਨੀਕੇਟ ਨਾ ਕਰ ਪਾਵਾਂ ਅੱਜ, ਆਈ ਰਿਕਵੈਸਟ ਦ ਟੀਚਰਸ, ਮੈਂ ਟੀਚਰਸ ਨੂੰ ਰਿਕਵੈਸਟ ਕਰਾਂਗਾ ਕਿ ਉਹ ਇਹ ਮੈਸੇਜ ਇਨ ਬੱਚਿਆਂ ਤੱਕ ਜ਼ਰੂਰ ਪਹੁੰਚਾ, ਰਾਈਟ। ਮੈਂ ਆਪਣੀ ਸਕਰੀਨ ਸ਼ੇਅਰ ਕਰ ਸਕਦਾ ਜੀ ਪਲੀਜ਼। ਮੈਮ ਮੇਰੀ ਸਕਰੀਨ ਵਿਜ਼ੀਬਲ ਹੈ? ਕੀ ਤੁਸੀਂ ਮੇਰੀ ਸਕਰੀਨ ਦੇਖ ਪਾ ਰਹੇ ਹੋ? ਹਾਂਜੀ ਹਾਂਜੀ। ਓਕੇ। ਤੇ ਅੱਜ ਦਾ ਜਿਹੜਾ ਟੌਪਿਕ ਹੈ ਉਹ ਸੈਲਫ ਲਰਨਿੰਗ ਦਾ ਟੌਪਿਕ ਹੈ। ਸੈਲਫ ਲਰਨਿੰਗ ਜੇ ਮੈਂ ਪੰਜਾਬੀ ਅਨੁਵਾਦ ਕਰਾਂ ਤੇ ਆਪਣੇ ਆਪ ਸਿੱਖਣਾ, ਖੁਦ ਸਿੱਖਣ ਦੀ ਲਾਲਸਾ ਜਾਂ ਖੁਦ ਸਿੱਖਣ ਦੀ ਜਿਹੜੀ ਅਸੀਂ ਐਕਟੀਵਿਟੀ ਕਰਨੇ ਆ, ਅਸੀਂ ਆਪਣਾ ਪਲਾਨ ਬਣਾਉਂਦੇ ਆ ਕਿ ਮੈਂ ਇਸ ਚੀਜ਼ ਨੂੰ ਆਪਣੇ ਆਪ ਸਿੱਖਣਾ ਹੈ, ਖੁਦ ਸਿੱਖਣਾ ਹੈ, ਉਸਨੂੰ ਅਸੀਂ ਸੈਲਫ ਲਰਨਿੰਗ ਕਹਿੰਦੇ ਹਾਂ, ਰਾਈਟ। ਤੇ ਸਭ ਤੋਂ ਪਹਿਲਾਂ ਮੈਂ ਇੱਕ ਕਹਾਣੀ ਨਾਲ ਸਟਾਰਟ ਕਰਨਾ ਚਾਹੁੰਦਾ। ਆਈ ਵਾਂਟ ਟੂ ਸਟਾਰਟ ਵਿਦ ਅ ਸਟੋਰੀ। ਮੈਂ ਸਾਰੇ ਬੱਚਿਆਂ ਨੂੰ ਪੁੱਛਣਾ ਚਾਹੁੰਦਾ, ਜੇ ਉਹ ਇਹ ਸਕਰੀਨ ਦੇਖ ਪਾ ਰਹੇ ਨੇ, ਇਫ ਦੇ ਆਰ ਏਬਲ ਟੂ ਸੀ ਦ ਸਕਰੀਨ, ਉਹਨਾਂ ਨੂੰ ਇਸ ਸਕਰੀਨ 'ਚ ਕੀ ਦਿਖ ਰਿਹਾ, ਕਿ ਉਹ ਆਪਣੀ ਚੈਟ ਰਾਹੀਂ ਮੈਨੂੰ ਦੱਸ ਸਕਦੇ ਨੇ ਕਿ ਇਸ ਸਕਰੀਨ ਤੇ ਹਾਲੇ ਉਹਨਾਂ ਨੂੰ ਕੀ ਦਿਖ ਰਿਹਾ। ਐਂਡ ਆਈ ਵੁੱਡ ਰਿਕੁਐਸਟ ਦ ਐਡਮਿਨ ਕਿ ਉਹ ਚੈਟ ਜੇ ਓਪਨ ਕਰ ਦੇਣ ਪਲੀਜ਼। River, bridge, okay. River, beach, bridge. Okay, wonderful. Thank you. Actually, एक bridge है. This is a bridge. And इस bridge ਦੀ ਇੱਕ ਕਹਾਣੀ ਜੋ ਕਿ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ। ਇਸ bridge ਦਾ ਨਾਮ ਹੈ ਚੋਲੂਟੇਕਾ bridge, right? ਥੋੜਾ ਅਜੀਬ ਨਾਮ ਹੈ, ਅੰਗਰੇਜ਼ੀ ਨਾਮ ਹੈ, ਚੋਲੂਟੇਕਾ bridge। ਚੋਲੂਟੇਕਾ ਰਿਵਰ ਹੈ ਇੱਕ, ਉਸਦੇ ਉੱਪਰ ਇਹ ਬ੍ਰਿਜ ਬਣਿਆ ਹੋਇਆ ਸੀ ਤੇ ਇਸ ਦਾ ਨਾਮ ਹੀ ਚੋਲੂਟੇਕਾ। ਇੱਕ ਅਮਰੀਕਾ ਦਾ, ਸੈਂਟਰਲ ਅਮਰੀਕਾ ਦਾ ਇੱਕ ਸ਼ਹਿਰ ਹੈ ਚੋਲੂਟੇਕਾ। ਤੇ ਜਦ ਗਵਰਨਮੈਂਟ ਨੇ ਸੋਚਿਆ ਕਿ ਅਤੇ ਇਹ ਜਿਹੜੀ ਨਦੀ ਹੈ ਇਹ ਸ਼ਹਿਰ ਦੇ ਦੋਨੋਂ ਕੋਨਿਆਂ ਨੂੰ ਜੋੜਦੀ ਹੈ, ਰਾਈਟ। ਇਟ ਕਨੈਕਟਸ ਦ ਟੂ ਸਾਈਡਸ ਆਫ ਦ ਸਿਟੀ। ਗਵਰਨਮੈਂਟ ਨੇ ਸੋਚਿਆ ਕਿ ਕਿਉਂ ਨਾ ਅਸੀਂ ਇੱਕ ਬ੍ਰਿਜ ਬਣਾਈਏ ਤਾਂ ਕਿ ਜਿਹੜੇ ਸ਼ਹਿਰੀ ਨੇ ਉਹਨਾਂ ਦਾ ਆਣਾ ਜਾਣਾ ਸੌਖਾ ਹੋ ਜਾਏ, ਨਹੀਂ ਤੇ ਸ਼ਹਿਰ ਵਾਲੇ ਸੀ ਉਹਨਾਂ ਨੂੰ ਘੁੰਮ ਕੇ ਜਾਣਾ ਪੈਂਦਾ ਸੀ।
ਤੇ ਇਹ ਇੱਕ ਇਹੋ ਜੀ ਜਗ੍ਹਾ ਹੈ ਸੈਂਟਰਲ ਅਮਰੀਕਾ ਦੀ ਜਿੱਥੇ ਬਹੁਤ ਸਾਰੇ ਤੂਫਾਨ ਆਉਂਦੇ ਨੇ। There are so many hurricanes that come on a regular basis, बहुत सारे तूफान आते हैं। ਤੇ ਗਵਰਨਮੈਂਟ ਨੇ ਸੋਚਿਆ ਅਸੀਂ ਇੱਕ ਇਤਨਾ ਮਜ਼ਬੂਤ ਬ੍ਰਿਜ ਬਣਾਈਏ ਕਿ ਕੋਈ ਵੀ ਤੂਫਾਨ ਹੜ ਆ ਜਾਏ ਇਸ ਬ੍ਰਿਜ ਨੂੰ ਕੁਝ ਨਾ ਹੋਵੇ, ਰਾਈਟ। ਦਿਸ ਬ੍ਰਿਜ ਸ਼ੁੱਡ ਬੀ ਅਨਸ਼ੇਕੇਬਲ। ਤੇ ਉਹਨਾਂ ਨੇ ਇੱਕ ਜਾਪਾਨੀਜ਼ ਕੰਪਨੀ ਨੂੰ, ਇੱਕ ਜਾਪਾਨ ਦੀ ਕੰਪਨੀ ਨੂੰ ਕੰਟਰੈਕਟ ਦਿੱਤਾ। ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਡੇ ਵਾਸਤੇ ਇੱਕ ਇਹੋ ਜਿਹਾ ਬ੍ਰਿਜ ਬਣਾ ਕੇ ਦਿਓ ਜੋ ਕਿ ਕਿਸੇ ਵੀ ਤੂਫਾਨ ਨਾਲ ਹਿਲੇ ਨਹੀਂ, ਉਸ ਨੂੰ ਕੁਝ ਵੀ ਨਾ ਹੋਵੇ। ਤੇ ਜਾਪਾਨੀਜ਼ ਕੰਪਨੀ ਨੇ ਇਹ ਬ੍ਰਿਜ ਇੰਨਾ ਸਟਰੋਂਗ ਬਣਾਇਆ ਕਿ 1995 ਵਿੱਚ 1995 ਵਿੱਚ ਇੱਕ ਹਰੀਕੇਨ ਆਇਆ ਜਿਸਨੇ ਪੂਰੇ ਸ਼ਹਿਰ ਨੂੰ ਤਬਾਹ ਕਰਤਾ। ਹਜ਼ਾरों ਲੋਕ ਮਰ ਗਏ, ਸੜਕਾਂ ਟੁੱਟ ਗਈਆਂ, ਬਹੁਤ ਡਿਸਟਰਕਸ਼ਨ ਹੋਈ, ਰਾਈਟ। ਬਟ ਇਹ ਬ੍ਰਿਜ ਖੜਾ ਰਿਹਾ। ਦਿਸ ਬ੍ਰਿਜ ਇਜ਼ ਐਵਰ ਸਟੈਂਡਿੰਗ। ਬਟ ਕੁਝ ਹੋਰ ਹੋਇਆ, ਕੁਦਰਤ ਦਾ ਇੱਕ ਨਜ਼ਾਰਾ ਵਰਤਿਆ ਤੇ ਇਸ ਬ੍ਰਿਜ ਦੇ ਦੋਨੋਂ ਪਾਸੇ ਦੀ ਰੋਡ ਖਰਾਬ ਹੋ ਗਈ, ਡਿਸਟਰੋਏ ਹੋ ਗਈ, ਟੁੱਟ ਗਈ। ਤੇ ਕੁਝ ਇਹੋ ਜਿਹਾ ਵਰਤਿਆ ਕਿ ਜਿਹੜੀ ਇਹ ਨਦੀ ਹੈ ਉਸਨੇ ਆਪਣਾ ਚੈਨਲ ਹੀ ਚੇਂਜ ਕਰ ਲਿਆ, ਉਸਨੇ ਆਪਣੀ ਡਾਇਰੈਕਸ਼ਨ ਹੀ ਚੇਂਜ ਕਰ ਲਈ। ਤੇ ਮੈਂ ਸਾਰੇ ਬੱਚਿਆਂ ਨੂੰ ਪੁੱਛਣਾ ਚਾਹੁੰਦਾ ਜੋ ਇਸ ਫੋਟੋ ਨੂੰ ਦੇਖ ਰਹੇ ਨੇ ਹਾਲੇ, ਕਿ ਇਸ ਬ੍ਰਿਜ ਦਾ ਹਾਲੇ ਕੋਈ ਬੈਨੀਫਿਟ ਹੈ? ਯੈਸ ਜਾਂ ਨੋ ਵਿੱਚ ਮੈਨੂੰ ਇੱਕ ਵਾਰ ਚੈਟ 'ਚ ਲਿਖ ਕੇ ਭੇਜੋ ਕਿ ਤੁਹਾਨੂੰ ਲੱਗ ਰਿਹਾ ਕਿ ਇਸ ਬ੍ਰਿਜ ਦਾ ਹੁਣ ਕੋਈ ਬੈਨੀਫਿਟ ਹੈ। नो यस थैंक यू। बहुत सारे बच्चे लिख के भेज रहे हैं कि इस ब्रिज का कोई बेनिफिट नहीं। इस कहानी तो सानू एक सिक्ख्या मिलती है कि असी जो भी कर रहे हैं, असी अपनी लाइफ के किसी भी मोड़ ते हैं। बहुत सारे यंग बच्चे ने जिन्होंने इन्नी सोहने तरीके नाल इन्नी वधिया कवितावां गाइयां। यू गाइज हैव सच अ वंडरफुल स्पिरिट। बट ये ब्रिज जो खड़ा है ना, जो एक वेस्टेज है जिसका कोई यूज नहीं है, कोई कहानी कह रही है कि जिंदगी विच कुछ भी होए, जिंदगी विच असी किसी भी मुकाम पे होइए, सानू हमेशा अगे वधण दी, सिखण दी लोड़ हमेशा पैंदी है। एक छोटा जिहा उदाहरण है, असी सारे जानते हैं कोरोना महामारी, राइट। ते असी गल कर रहे हैं अज तुहाडे सब दे करियर दी। इस कोरोना महामारी ने करियर दी डेफिनेशन नूं चेंज करके रखता है, राइट। असी अज 307 लोग इस कंप्यूटर स्क्रीन या तुसी अपने मोबाइल स्क्रीन राहे गलबात कर रहे हैं, एक दूजे तो सीखण दी कोशिश कर रहे हैं, राइट। यह शायद पहले पॉसिबल नहीं सी। कोरोना वायरस ने, जो कि एक बहुत बड़ी महामारी है जिसने पूरी दुनिया का फेस चेंज करके रखता है, उसने करियर का भी फेस चेंज करके रखता है। तो यह ब्रिज सानू एक ही कहानी दस रहा है कि इहो जिहा कोई भी वायरस आएगा, इहो जिहा कोई भी हरीकेन आएगा, तो जो असी किता है या जो असी सीखिया है या जो असी बने हाँ, आई एम श्योर बहुत सारे बच्चे ने इस रूम किसी ने सोचा होगा कि वो डॉक्टर CA बनेगा, MBA करेगा। मैनू शायद तुहाडे हाले एस्पिरेशंस, तुहाडे गोल हाले नहीं पता, राइट। बट हर किसी ने कुछ ना कुछ अपने बारे सोचा हुंदा है, राइट। ते यह ब्रिज एक एग्जाम्पल है कि जो भी तुसी सोचा है अपने बारे में, हो सकता है एक तूफान आए, एक कोरोना वायरस आए, तो हर चीज़ चेंज हो जाए। इंडिया विच 40 लाख लोगों ने अपनी जॉब गवाई है कोरोना वायरस के चक्कर च। 40 लाख पीपल हैव लॉस्ट देयर जॉब। जब कोविड स्टार्ट होया होएगा तो यह 40 लाख लोगों ने नहीं सोचा होएगा कि उन्हां दी जॉब लूज हो जाएगी, राइट। सिर्फ एक पैंडेमिक आया, एक महामारी आई तो उन्हां दी जिंदगी जो कि बहुत आराम नाल गुजर बसर हो रही सी, वो चेंज हो गई तो उन्हां नूं अपनी जॉब लूज करनी पई। ते सिੱਖਿਆ इत्थे की है, अगर इस ब्रिज नूं मैं यूजफुल बनाना है अपने वास्ते अज, तो इस ब्रिज नूं मैनूं होर भी अगे तक लैके जाना पएगा। दैट मीनस कि मैं जिथे भी हाँ, मैनूं होर सीखण दी लोड़ है, ज़्यादा करन दी लोड़ है,
ਤੇ ਜ਼ਿਆਦਾ ਇਵੋਲਵ ਹੋਣ ਦੀ ਲੋੜ ਹੈ, ਰਾਈਟ। ਮੈਂ ਤੁਹਾਨੂੰ ਇੱਕ ਹੋਰ ਫੋਟੋਗ੍ਰਾਫ ਦਿਖਾਉਣਾ ਚਾਹੁੰਦਾ ਕਿ ਇਹ ਬ੍ਰਿਜ ਇਹੋ ਜਿਹਾ ਦਿਖਦਾ ਸੀ ਤੇ ਹੁਣ ਇਹ ਇਹੋ ਜਿਹਾ ਦਿਖਦਾ, ਰਾਈਟ। ਇੱਕ ਚੀਜ਼, one thing can change so many things about your life, right? But ਇਸ ਤੋਂ ਸਿੱਖ ਕੀ ਮਿਲਦੀ ਹੈ, that ਸਭ ਤੋਂ ਇੰਪੋਰਟੈਂਟ ਹੈ ਕਿ ਅਸੀਂ ਇੱਕ ਐਟੀਟਿਊਡ ਡਿਵੈਲਪ ਕਰੀਏ ਸੈਲਫ ਲਰਨਿੰਗ ਦਾ, ਆਪਣੇ ਆਪ ਸਿੱਖਣ ਦਾ, ਵਧਣ ਦਾ ਤੇ ਗਰੋ ਕਰਨ ਦਾ। ਐਜੂਕੇਟ ਪੰਜਾਬ ਦੀ ਜਿਹੜੀ ਇਹ ਮੁਹਿੰਮ ਹੈ ਉਸਨੇ ਤੁਹਾਨੂੰ ਸਭ ਨੂੰ ਸਪੋਰਟ ਕੀਤਾ ਹੈ। ਮੈਂ ਸਰ ਨਾਲ ਗੱਲ ਕਰ ਰਿਹਾ ਸੀ ਐਂਡ ਹੀ ਵਾਸ ਟੈਲਿੰਗ ਮੀ, ਉਹ ਮੈਨੂੰ ਕਹਿ ਰਹੇ ਸਨ ਕਿ ਕਮਿਊਨੀਕੇਸ਼ਨ ਸਕਿੱਲਸ ਵੀ ਉਹ ਤੁਹਾਨੂੰ ਕਰਾਉਂਦੇ ਨੇ, ਰਾਈਟ। ਸੱਚ ਐਨ ਇੰਪੋਰਟੈਂਟ ਸਕਿੱਲ, ਕਮਿਊਨੀਕੇਸ਼ਨ ਸਕਿੱਲ ਅੱਜ ਦੁਨੀਆ ਦਾ ਸਭ ਤੋਂ ਇੰਪੋਰਟੈਂਟ ਸਕਿੱਲ ਬਣ ਗਿਆ ਹੈ ਪੈਂਡੈਮਿਕ ਦੇ ਬਾਅਦ। ਪੈਂਡੈਮਿਕ ਦੇ ਬਾਅਦ ਜਿਹੜੇ ਕਰੀਅਰ ਸਾਇੰਟਿਸਟ ਨੇ ਉਹ ਕਹਿ ਰਹੇ ਨੇ ਕਿ ਕਮਿਊਨੀਕੇਸ਼ਨ ਸਕਿੱਲ ਸਭ ਤੋਂ ਵਧੀਆ, ਸਭ ਤੋਂ ਇੰਪੋਰਟੈਂਟ ਸਕਿੱਲ ਹੈ ਜੇ ਤੁਸੀਂ ਅੱਗੇ ਵਧਣਾ, ਰਾਈਟ। ਤੇ ਅੱਜ ਅਸੀਂ ਇਸ ਕਹਾਣੀ ਦੇ ਮਾਧਿਅਮ ਨਾਲ ਅਸੀਂ ਸੈਲਫ ਲਰਨਿੰਗ ਦੀ ਗੱਲ ਹੋਰ ਵੀ ਡੈਪਥ 'ਚ ਕਰਾਂਗੇ ਤੇ ਮੈਂ ਤੁਹਾਨੂੰ ਕੁਝ ਫਾਰਮੂਲਾਜ਼ ਦੱਸਣਾ ਚਾਹੁੰਦਾ, ਕੁਝ ਟੂਲਸ ਦੱਸਣਾ ਚਾਹੁੰਦਾ ਜਿਹੜੇ ਕਿ ਤੁਸੀਂ ਸੈਲਫ ਲਰਨਿੰਗ ਵਾਸਤੇ, ਆਪਣੀ ਗਰੋਥ ਵਾਸਤੇ ਯੂਜ਼ ਕਰ ਸਕਦੇ ਹੋ ਤੇ ਆਪਣੀ ਲਾਈਫ ਨੂੰ ਕੰਪਲੀਟਲੀ ਚੇਂਜ ਕਰ ਸਕਦੇ ਹੋ, ਰਾਈਟ। ਇਸ ਨੂੰ ਕੋਈ ਜਾਣਦਾ ਹੈ? ਇੱਕ ਸਵਾਲ ਹੈ ਤੁਹਾਡੇ ਤੋਂ, ਸਭ ਤੋਂ, ਕੋਈ ਇਸ ਬ੍ਰਾਂਡ ਨੂੰ ਜਾਣਦਾ ਹੈ? ਕੋਈ ਇਸ ਐਪ ਨੂੰ ਯੂਜ਼ ਕਰਦਾ ਹੈ? ਜੇ ਕੋਈ ਐਪ ਨੂੰ ਯੂਜ਼ ਕਰਦਾ ਹੈ ਤੇ ਫਟਾਫਟ ਚੈਟ ਬਾਕਸ 'ਚ ਲਿਖੋ। ਇੰਸਟਾਗ੍ਰਾਮ, ਰਵਨੀਤ ਕਹਿ ਰਹੀ ਹੈ ਇੰਸਟਾਗ੍ਰਾਮ, ਯੈਸ ਯੈਸ, ਵੰਡਰਫੁਲ, ਯੈਸ। so many people use this app, right? ਇਸ ਐਪ ਦੀ ਵੀ ਇੱਕ ਸਟੋਰੀ ਹੈ ਤੇ ਇਹ ਸਟੋਰੀ ਸੈਲਫ ਲਰਨਿੰਗ ਦੀ ਸਟੋਰੀ ਹੈ। ਇਸ ਐਪ ਨੂੰ ਬਣਾਉਣ ਵਾਲੇ ਦਾ ਨਾਮ ਹੈ ਕੇਵਿਨ ਸਿਸਟਰੋਮ, ਇੱਕ ਅਮਰੀਕਨ ਹੈ। ਇਸ ਦੀ ਸਟੋਰੀ ਬਹੁਤ ਇੰਟਰਸਟਿੰਗ ਹੈ ਤੇ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹਨਾ। ਬਾਈ ਦਾ ਵੇ, ਇੱਕ ਡਿਸਕਲੇਮਰ ਦੇਣਾ ਚਾਹਨਾ, ਮੈਂ ਪੰਜਾਬੀ 'ਚ ਸੈਸ਼ਨ ਪਹਿਲੀ ਵਾਰ ਲੈ ਰਿਹਾ, ਰਾਈਟ। ਤੇ ਮੈਨੂੰ ਨਹੀਂ ਲੱਗਦਾ ਕਿ ਜਿੰਨੀ ਪਰਫੈਕਟ ਤੁਹਾਡੀ ਪੰਜਾਬੀ ਹੈ ਉਨੀ ਪਰਫੈਕਟ ਮੇਰੀ ਪੰਜਾਬੀ ਵੀ ਹੋਏਗੀ। ਬਟ ਅੱਜ ਦੇ ਸੈਸ਼ਨ ਤੋਂ ਬਾਅਦ ਜਦ ਮੈਂ ਪ੍ਰਿਪੇਅਰ ਕਰ ਰਿਹਾ ਸੀ, ਮੈਂ ਆਪਣੇ ਆਪ ਨੂੰ ਇੱਕ ਚੈਲੰਜ ਦਿੱਤਾ ਹੈ, ਆਪਣੇ ਆਪ ਨੂੰ ਇੱਕ ਲਰਨਿੰਗ ਗੋਲ ਦਿੱਤਾ ਹੈ ਕਿ ਮੈਂ ਵੀ ਪੰਜਾਬੀ 'ਚ ਸੈਸ਼ਨ ਵੱਧ ਤੋਂ ਵੱਧ ਲਵਾਂਗਾ ਤਾਂ ਕਿ ਮੇਰੀ ਵੀ ਪੰਜਾਬੀ ਤੁਹਾਡੇ ਲੋਕਾਂ ਵਰਗੀ ਪੋਲਿਸ਼ ਹੋ ਜਾਏ, ਰਾਈਟ। ਤੁਸੀਂ ਦੇਖ ਰਹੇ ਹੋਗੇ ਮੈਂ ਇੰਗਲਿਸ਼ 'ਚ ਜ਼ਿਆਦਾ ਕੰਫਰਟੇਬਲ ਹਾਂ, ਦੈਟਸ ਅ ਡਿਸਕਲੇਮਰ। ਬਟ ਮੇਰਾ ਸਾਥ ਦੇਣਾ ਤੁਸੀਂ ਸਭ ਨੇ। ਮੈਂ ਤੁਹਾਨੂੰ ਕੁਝ ਸਿਖਾ ਰਿਹਾ, ਤੁਹਾਡੇ ਤੋਂ ਮੈਂ ਪੰਜਾਬੀ ਸਿੱਖਣੀ ਹੈ, ਵਧੀਆ ਬੋਲਣੀ, ਰਾਈਟ। ਬਟ ਜਿਹੜਾ ਮੈਸੇਜ ਹੈ ਨਾ ਉਹ ਜ਼ਰੂਰ ਲੈ ਕੇ ਜਾਇਓ, ਚਾਹੇ ਕੋਈ ਵੀ ਲੈਂਗੁਏਜ ਹੋ, ਰਾਈਟ, ਕਿਉਂਕਿ ਮੈਸੇਜ ਮੈਂ ਦਿਲ ਤੋਂ ਦੇ ਰਿਹਾ। ਮੇਕ ਸ਼ੋਰ ਯੂ ਟੇਕ ਦਿਸ ਮੈਸੇਜ ਹੋਮ, ਰਾਈਟ। ਤੇ ਕੇਵਿਨ ਸਿਸਟਰੋਮ ਦੀ ਗੱਲ ਕਰਦੇ ਹਾਂ। ਕੇਵਿਨ ਸਿਸਟਰੋਮ ਇੱਕ ਅਮਰੀਕਨ ਹਨ ਐਂਡ ਹੀ ਸਟੱਡੀਡ MBA from Columbia University। Columbia University ਅਮਰੀਕਾ ਦੀ ਬਹੁਤ ਜਾਣੀ ਹੋਈ ਯੂਨੀਵਰਸਿਟੀ ਹੈ ਤੇ ਉਹਨਾਂ ਨੇ, ਕੇਵਿਨ ਨੇ ਕੋਲੰਬੀਆ ਯੂਨੀਵਰਸਿਟੀ ਤੋਂ MBA ਕੀਤੀ ਤੇ ਆਪਣੀ ਪਹਿਲੀ ਜੌਬ ਉਹਨਾਂ ਨੂੰ ਗੂਗਲ 'ਚ ਮਿਲੀ। ਆਮ ਸ਼ੋਰ ਗੂਗਲ ਤਾਂ ਸਭ ਜਾਣਦੇ ਹੋਣਗੇ ਇਸ ਰੂਪ 'ਚ, ਰਾਈਟ। ਉਹਨਾਂ ਦੀ ਪਹਿਲੀ ਜੌਬ ਸੀ ਗੂਗਲ 'ਚ ਤੇ ਉਹ ਮਾਰਕੀਟਿੰਗ ਦੇ ਹੈਡ ਸਨ, ਰਾਈਟ। ਮੈਂ ਛੋਟੇ ਬੱਚਿਆਂ ਵਾਸਤੇ ਦੱਸਦਾ ਕਿ ਮਾਰਕੀਟਿੰਗ, ਜਿਸ ਤਰ੍ਹਾਂ ਉਹ TV ਦੇਖਦੇ ਹੋਣਗੇ ਤੇ ਐਡਵਰਟਾਈਜ਼ਮੈਂਟ ਆਉਂਦੀ ਹੋਏਗੀ, ਰਾਈਟ, ਉਹ ਸਭ ਮਾਰਕੀਟਿੰਗ ਦਾ ਪਾਰਟ ਹੈ। ਜਦ ਕੰਪਨੀ ਆਪਣਾ ਬ੍ਰਾਂਡ ਨੇਮ ਮਾਰਕੀਟ 'ਚ ਲੈ ਕੇ ਆਉਣਾ ਚਾਹੁੰਦੀ ਹੈ ਤੇ ਉਸ ਨੂੰ ਅਸੀਂ ਮਾਰਕੀਟਿੰਗ ਕਹਿੰਦੇ ਹਾਂ, ਰਾਈਟ। ਤੇ ਹੀ ਵਾਸ ਦ ਹੈਡ ਆਫ ਮਾਰਕੀਟਿੰਗ, ਕੇਵਿਨ ਸਿਸਟਰੋਮ। ਪਰ ਉਹਨਾਂ ਦਾ ਜਿਹੜਾ ਪੈਸ਼ਨ ਸੀ ਨਾ ਉਹ ਮੋਬਾਈਲ ਐਪ ਬਣਾਉਣ ਵਿੱਚ ਸੀ। ਹੁਣ ਸੋਚੋ ਕਿ ਅਸੀਂ ਇੱਕ ਬਹੁਤ ਵਧੀਆ ਕਾਲਜ ਤੋਂ MBA ਕਰ ਲਈ, ਉਸ ਦੇ ਬਾਅਦ ਸਾਨੂੰ ਇੱਕ ਗੂਗਲ ਜਿਹੀ ਕੰਪਨੀ 'ਚ ਜੌਬ ਮਿਲ ਗਈ ਤੇ ਅਸੀਂ ਕੀ ਸੋਚਾਂਗੇ? ਮੇਬੀ ਅਸੀਂ ਸੋਚਾਂਗੇ ਯਾਰ ਹਾਂ ਹੁਣ ਤਾਂ ਲਾਈਫ ਸੈੱਟ ਹੈ, ਲਾਈਫ ਗੋਨਾ ਬੀ ਅਮੇਜ਼ਿੰਗ, ਮੈਨੂੰ ਬੈਸਟ ਕੰਪਨੀ 'ਚ ਨੌਕਰੀ ਮਿਲ ਗਈ, ਹੁਣ ਮੈਨੂੰ ਕੀ ਕਰਨ ਦੀ ਲੋੜ ਹੈ? ਹੁਣ ਮੈਨੂੰ ਕੁਝ ਵੀ ਕਰਨ ਦੀ ਲੋੜ ਨਹੀਂ। ਬਟ ਕੇਵਿਨ ਦਾ ਪੈਸ਼ਨ ਸੀ ਕਿ ਉਹ ਮੋਬਾਈਲ ਐਪ ਬਣਾਏ ਤੇ ਜਦ ਗੂਗਲ ਦੀ ਜੌਬ ਤੋਂ ਵਾਪਸ ਆਉਂਦਾ ਸੀ, ਰੋਜ਼ ਬੈਠ ਕੇ ਐਪ ਕਿਸ ਤਰ੍ਹਾਂ ਬਣਾਉਣੀ ਹੈ ਉਹ ਇੰਟਰਨੈਟ ਤੇ ਸਿੱਖਦਾ ਸੀ। ਉਸਨੇ 2-3 ਵਾਰੀ ਇੱਕ ਐਪ ਬਣਾਉਣ ਦੀ ਕੋਸ਼ਿਸ਼ ਕੀਤੀ, ਵਧੀਆ ਨਹੀਂ ਬਣੀ, ਪਰ ਕੋਸ਼ਿਸ਼ ਕਰਦੇ ਉਸਨੇ ਇੰਸਟਾਗ੍ਰਾਮ ਬਣਾਈ
ਤੇ ਅੱਜ ਇੰਸਟਾਗ੍ਰਾਮ ਦੁਨੀਆ ਦੀ ਸਭ ਤੋਂ ਜ਼ਿਆਦਾ ਯੂਜ਼ਡ ਮੋਬਾਈਲ ਐਪ ਹੈ ਤੇ ਕੇਵਿਨ ਸਿਸਟਰੋਮ ਅਮਰੀਕਾ ਦਾ ਸਭ ਤੋਂ ਰਿਚੈਸਟ, ਸਭ ਤੋਂ ਸਕਸੈਸਫੁਲ ਆਦਮੀ, ਰਾਈਟ। ਸੋਚਣ ਦੀ ਲੋੜ ਇਹ ਹੈ ਕਿ ਉਸਨੇ MBA ਕੀਤੀ, ਉਸਦੀ ਜੌਬ ਬੜੀ ਵਧੀਆ ਸੀ, ਪਰ ਜਿਸ ਚੀਜ਼ ਤੋਂ ਉਸਨੂੰ ਸਕਸੈਸ ਮਿਲੀ ਉਹ ਚੀਜ਼ ਉਸਨੇ ਸੈਲਫ ਲਰਨ ਕੀਤੀ। ਤੇ ਇਸ ਕਹਾਣੀ ਦੇ ਮਾਧਿਅਮ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਜਿੱਥੇ ਵੀ ਬੈਠੇ ਹੋ, ਤੁਸੀਂ ਜਿੱਥੇ ਅੱਜ ਤੁਸੀਂ ਜੇ ਜ਼ੂਮ ਤੇ ਆ ਚੁੱਕੇ ਹੋ, ਰਾਈਟ, ਤੁਸੀਂ ਜ਼ੂਮ ਟੂਲ ਯੂਜ਼ ਕਰ ਰਹੇ ਹੋ, ਦੈਟ ਮੀਨਸ ਯੂ ਬੋਥ ਹੈਵ ਸਮਾਰਟਫੋਨ, ਯੂ ਆਲ ਹੈਵ ਸਮਾਰਟਫੋਨ ਐਂਡ ਯੂ ਹੈਵ ਇੰਟਰਨੈਟ ਕਨੈਕਸ਼ਨ। ਤੇ ਇਹ ਦੋ ਚੀਜ਼ਾਂ ਚਾਹੀਦੀਆਂ ਨੇ ਅੱਜ ਕੁਝ ਵੀ ਕਰਨ ਵਾਸਤੇ। ਸਕਸੈਸ ਦੀ ਕਿਸੇ ਵੀ ਮੁਕਾਮ ਤੇ ਪਹੁੰਚਣ ਵਾਸਤੇ ਅੱਜ ਸਿਰਫ ਦੋ ਚੀਜ਼ਾਂ ਚਾਹੀਦੀਆਂ ਨੇ, ਮੇਰਾ ਸਮਾਰਟਫੋਨ ਤੇ ਮੇਰਾ ਇੰਟਰਨੈਟ ਤੇ ਉਸ ਦੀ ਸਹੀ ਵਰਤੋਂ ਕਰਨ ਦੀ ਹੁਨਰ ਜਾਂ ਜਾਂਚ, ਰਾਈਟ। ਅੱਜ ਅਸੀਂ ਇਸੇ ਬਾਰੇ ਗੱਲ ਕਰਾਂਗੇ ਕਿ ਅਸੀਂ ਸਮਾਰਟਫੋਨ ਯੂਜ਼ ਕਰਕੇ, ਇੰਟਰਨੈਟ ਯੂਜ਼ ਕਰਕੇ ਕਿਸ ਤਰ੍ਹਾਂ ਸਕਸੈਸਫੁਲ ਹੋ ਸਕਦੇ ਹਾਂ, ਕਿਸ ਤਰ੍ਹਾਂ ਅੱਗੇ ਵੱਧ ਸਕਦੇ ਹਾਂ, ਰਾਈਟ। ਲੈਟਸ ਡੂ ਦੈਟ। ਸੈਲਫ ਲਰਨਿੰਗ ਦਾ ਜਿਹੜਾ ਪਹਿਲਾ ਸਟੈਪ ਹੈ ਉਹ ਹੈ ਗੋਲ ਸੈਟਿੰਗ, ਰਾਈਟ। ਗੋਲਸ ਕੀ ਹੁੰਦੇ ਨੇ? ਇੱਕ ਵਾਰੀ ਮੈਨੂੰ ਚੈਟ ਵਿੱਚ ਦੱਸੋਗੇ ਗੋਲ ਦਾ ਕੀ ਮਤਲਬ ਹੁੰਦਾ ਹੈ, ਗੋਲ ਸੈੱਟ ਕਰਨ ਦਾ ਕੀ ਮਤਲਬ ਹੁੰਦਾ ਹੈ? ਮੈਂ ਜਾਣਨਾ ਚਾਹੁੰਦਾ ਸਾਰੇ ਬੱਚਿਆਂ ਤੋਂ ਕਿ ਗੋਲ ਸੈੱਟ ਕਰਨ ਦਾ ਕੀ ਮਤਲਬ ਸਮਝਦੇ ਤੁਸੀਂ ਸਾਰੇ? ਟਾਰਗੇਟਸ, ਏਮ, ਵੰਡਰਫੁਲ, great, absolutely, right। ਸੈਲਫ ਲਰਨਿੰਗ ਦਾ ਸਭ ਤੋਂ ਪਹਿਲਾ ਸਟੈਪ ਹੈ ਕਿ ਸਾਡਾ ਇੱਕ ਏਮ ਹੋਏ, ਸਾਡਾ ਇੱਕ ਗੋਲ ਹੋਏ, ਸਾਡਾ ਇੱਕ ਟਾਰਗੇਟ ਹੋਏ। ਤੇ ਅਸੀਂ ਉਦਾਹਰਨ ਲੈਂਦੇ ਹਾਂ, ਮੇਰਾ ਟਾਰਗੇਟ ਹੈ ਇੰਗਲਿਸ਼ ਸਿੱਖਣਾ, ਰਾਈਟ। ਮਾਈ ਟਾਰਗੇਟ ਇਜ਼ ਟੂ ਲਰਨ ਇੰਗਲਿਸ਼। ਜਦ ਮੈਂ ਗੋਲ ਬਣਾਇਆ ਤੇ ਸਭ ਤੋਂ ਪਹਿਲੇ ਮੇਰਾ ਖਿਆਲ ਕੀ ਆਏਗਾ ਕਿ ਅੱਛਾ ਇੰਗਲਿਸ਼ ਤਾਂ ਹੁਣ ਸਿੱਖਣੀ ਹੈ, ਪਰ ਮੈਂ ਕਿਤੋਂ ਸਿੱਖਾਂ? where do I learn it from? And then I will go to Google. And the second step of second learning is that you need a smartphone and the internet. ਜੇ ਤੁਹਾਡੇ ਕੋਲ Google ਹੈ, ਜੇ ਤੁਹਾਡੇ ਕੋਲ ਇੰਟਰਨੈਟ ਹੈ, Google ਹੈ, ਤੁਸੀਂ ਟਾਈਪ ਕਰੋਗੇ Google ਜਾ ਕੇ want to learn English, right? And ਹਜ਼ਾਰੋਂ ਆਪਸ਼ਨਸ ਤੁਹਾਡੇ ਕੋਲ ਆ ਜਾਣਗੇ ਕਿ ਤੁਸੀਂ ਇੰਗਲਿਸ਼ ਕਿਸ ਤਰ੍ਹਾਂ ਸਿੱਖ ਸਕਦੇ ਹੋ। ਮੈਂ ਇੱਕ ਉਦਾਹਰਣ ਦੇਣਾ ਚਾਹੁੰਦਾ ਤੁਹਾਨੂੰ ਸਭ ਨੂੰ। ਇੱਕ ਐਪ ਹੈ ਜਿਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਆਈ ਵੁੱਡ ਰਿਕੁਐਸਟ ਪੇਰੈਂਟਸ, ਮੈਂ ਪੇਰੈਂਟਸ ਤੇ ਟੀਚਰਸ ਨੂੰ ਰਿਕੁਐਸਟ ਕਰਾਂਗਾ ਕਿ ਇਸ ਪੁਆਇੰਟ ਤੇ ਇਸ ਐਪ ਨੂੰ ਇੱਕ ਵਾਰ ਨੋਟ ਜ਼ਰੂਰ ਕਰਨ ਤੇ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਉਣ। ਇੱਕ ਸੈਕਿੰਡ, ਮੈਂ ਦੁਬਾਰਾ ਆਪਣੀ ਸਕਰੀਨ ਸ਼ੇਅਰ ਕਰਾਂਗਾ। ਬੱਚੋ, ਮੈਂ ਅੱਜ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਟੂਲ, ਇੱਕ ਬਹੁਤ ਇੰਪੋਰਟੈਂਟ ਐਪ ਬਾਰੇ ਦੱਸਣਾ ਚਾਹੁੰਦਾ। ਇਸ ਟੂਲ ਤੇ ਇਸ ਐਪ ਦਾ ਨਾਮ ਹੈ ਹੈਲੋ ਇੰਗਲਿਸ਼, ਰਾਈਟ। ਕਿਉਂਕਿ ਸੈਲਫ ਲਰਨਿੰਗ ਦਾ ਜੇ ਅਸੀਂ ਦਰਵਾਜ਼ਾ ਆਪਣੇ ਵਾਸਤੇ ਖੋਲ੍ਹਣਾ ਹੈ ਤੇ ਜਿਹੜਾ ਸਭ ਤੋਂ ਪਹਿਲਾ ਦਰਵਾਜ਼ਾ ਹੈ ਨਾ, the first door that we have to open towards the self learning, ਜਿਹੜਾ ਪਹਿਲਾ ਦਰਵਾਜ਼ਾ ਅਸੀਂ ਸੈਲਫ ਲਰਨਿੰਗ ਦਾ ਖੋਲ੍ਹਣਾ ਹੈ ਉਹ ਹੈ ਇੰਗਲਿਸ਼ ਸਿੱਖਣ ਦਾ ਦਰਵਾਜ਼ਾ। If I'm able to speak well, listen well, write well, read well, ਜੇ ਮੈਂ ਬੋਲਣਾ, ਸਮਝਣਾ, ਲਿਖਣਾ ਸਿੱਖ ਗਿਆ ਤੇ ਇੰਟਰਨੈਟ ਤੇ ਇੰਨਾ ਸਾਰਾ ਮਟੀਰੀਅਲ, ਇੰਨਾ ਸਾਰਾ ਕੰਟੈਂਟ ਅਵੇਲੇਬਲ ਹੈ ਕਿ ਤੁਸੀਂ ਮਿਊਜ਼ਿਕ ਸਿੱਖਣ ਤੋਂ ਲੈ ਕਰਕੇ ਕੰਪਿਊਟਰ ਪ੍ਰੋਗਰਾਮਿੰਗ ਸਿੱਖ ਸਕਦੇ ਹੋ ਫ੍ਰੀ ਵਿੱਚ ਇੰਟਰਨੈਟ ਤੇ, ਰਾਈਟ। ਬਸ ਸਾਡਾ ਗੋਲ ਹੋਣਾ ਚਾਹੀਦਾ, which is the first thing। ਉਹ ਗੋਲ ਤੁਸੀਂ ਕੁਝ ਵੀ ਬਣਾ ਸਕਦੇ ਹੋ, ਜੋ ਵੀ ਤੁਹਾਡਾ ਸ਼ੌਂਕ ਹੈ। ਤੁਹਾਡਾ ਮਿਊਜ਼ਿਕ ਸ਼ੌਂਕ ਹੈ, ਤੁਹਾਡਾ ਕੰਪਿਊਟਰ ਸ਼ੌਂਕ ਹੈ, ਤੁਹਾਡਾ ਮੈਡੀਕਲ ਸ਼ੌਂਕ ਹੈ, ਜੋ ਵੀ ਤੁਹਾਡਾ ਪੈਸ਼ਨ, ਤੁਸੀਂ ਉਹ ਪੈਸ਼ਨ ਪਰਸਿਊ ਕਰ ਸਕਦੇ ਹੋ ਇੰਟਰਨੈਟ ਰਾਹੀਂ, ਰਾਈਟ। ਤੇ ਹੈਲੋ ਇੰਗਲਿਸ਼ ਨਾਂ ਦੀ ਇੱਕ ਐਪ ਹੈ। ਇਹ ਮੈਂ ਐਪ ਨਹੀਂ ਖੋਲੀ ਹੋਈ, ਮੈਂ ਗੂਗਲ ਬਰਾਊਜ਼ਰ ਤੇ ਖੋਲਿਆ ਹੋਇਆ ਤੇ ਦਿਸ ਇਜ਼ ਹਾਊ ਦਾ ਐਪ ਲੁੱਕ ਲਾਈਕ। ਜੇ ਤੁਸੀਂ ਇੰਗਲਿਸ਼ ਸਿੱਖਣਾ ਚਾਹੁੰਦੇ ਹੋ, ਆਪਣੀ ਇੰਗਲਿਸ਼ ਇੰਪਰੂਵ ਕਰਨਾ ਚਾਹੁੰਦੇ ਹੋ ਤੇ ਇਹ ਐਪ ਸਭ ਤੋਂ ਬੈਸਟ ਐਪ ਹੈ। ਦਿਸ ਇਜ਼ ਦ ਬੈਸਟ ਐਪ ਟੂ ਲਰਨ ਇੰਗਲਿਸ਼। ਦਿਸ ਇਜ਼ ਕਾਲਡ ਹੈਲੋ ਇੰਗਲਿਸ਼। ਮੈਂ ਇੱਕ ਛੋਟੀ ਜੀ ਛੋਟਾ ਜਿਹਾ ਤੁਹਾਨੂੰ ਡੈਮੋ ਦੇ ਕੇ ਦਿਖਾਣਾ ਤੇ ਇਸ ਲੈਸਨ ਦਾ ਨਾਮ ਹੈ ਉਮਰ ਦਾ। ਅੱਛਾ, ਇਹ ਐਪ
this app is in 20 languages. ਇਹ 20 languages ਵਿੱਚ operate ਕਰਦੇ ਨੇ ਤੇ ਪੰਜਾਬੀ ਤੋਂ ਇੰਗਲਿਸ਼ ਦਾ ਵੀ ਆਪਸ਼ਨ ਹੈ ਤੇ ਮੈਂ ਹਲੇ ਪੰਜਾਬੀ ਤੋਂ ਇੰਗਲਿਸ਼ ਦਾ ਆਪਸ਼ਨ ਓਪਨ ਕੀਤਾ ਹੋਇਆ ਹੈ, ਰਾਈਟ। ਲੈਟਸ ਗੋ ਟੂ ਲੈਸਨ ਲੈਣਾ ਸੀ, ਰਾਈਟ। ਸਟਾਰਟ ਕਰਨੇ ਆ। ਦਿਸ ਇਜ਼ ਦ ਬੇਸਿਕ ਲੈਵਲ ਜਿਹੜਾ ਮੈਂ ਹਲੇ ਖੋਲਿਆ ਨਾ, ਉਹ ਬੇਸਿਕ ਲੈਵਲ ਹੈ ਤੇ ਥੱਲੇ ਜਾਂਦੇ ਹੋਏ ਤੁਸੀਂ ਦੇਖੋਗੇ ਜਿੰਨੇ ਤੁਸੀਂ ਐਡਵਾਂਸਡ ਹੋ ਉਨਾ ਹੀ ਐਡਵਾਂਸਡ ਲੈਸਨ ਖੁੱਲੇਗਾ, ਰਾਈਟ। ਜੇ ਕਿਸੇ ਨੇ ਇੰਗਲਿਸ਼ शुरुआत तो शुरू करनी है, बेसिक तो शुरू करनी है, तो वो बेसिक प्लान तो स्टार्ट करेगा, राइट। जिसनों इंग्लिश बिल्कुल नहीं आती वो भी इस ऐप तो स्टार्ट कर सकता है। फॉर एग्जाम्पल राइट, ते वो नाल अनुवाद कर रहा है कि किन्ने वड्डे हो तुसी। इसी तरह यह जिहड़ी ऐप है वो गेम्स दे राही यू नो डिफरेंट लैसन्स दे राही तुसी इंग्लिश सीख सकते हो। सिमिलरली यूट्यूब किस नूं पता है इस रूम में? एक बार यस और नो लिख के भेजो। तुहानूं यूट्यूब के बारे पता है कि नहीं पता? लिखोगे एक बार यस नो। यस, राइट। यूट्यूब सारे बच्चों को आम श्योर पता होगा, राइट। तो मैं एक उदाहरण तुहानूं देना चाहना कि मैं आज अपनी वैबसाइट बना रहा, अपनी खुद की अपनी कंपनी की वैबसाइट बना रहा यूट्यूब के वीडियोस देख के। दिस इज द एग्जाम्पल ऑफ सैल्फ लर्निंग, राइट। तो जिहड़ा तीजा ना है उद्यमी, एक इंग्लिश की वैबसाइट है। तो इसलिए मैं तुहानूं कहा कि पहले इंग्लिश स्पीकिंग, इंग्लिश अंडरस्टैंडिंग का दरवाज़ा खोलना बहुत इंपॉर्टेंट है साडे वास्ते। तो हैलो इंग्लिश जो तुसी यूज़ करन लग जाओगे तो वो दरवाज़ा आराम नाल, बिल्कुल आराम नाल खुलना शुरू हो जाएगा। उद्यमी एक इहो जी वैबसाइट है जिथे तुसी बहुत सारे कोर्स कर सकते हो। कई कोर्स तो फ्री विच अवेलेबल है, राइट। जे तुसी यू नो मोबाइल प्रोग्रामिंग करनी है, ऐप बनानी सीखनी है, डिसीजन किस तरह लईदा है, अपने निर्णय किस तरह लईदा है, वो सीखने ने, इंग्लिश नूं होर किस तरह इंप्रूव करिए वो सीखना है, सब कुछ उद्यमी पे अवेलेबल है। तो इस तरह के एग्जाम्पल्स बहुत ने, पर अज मैं सिर्फ ये 3 एग्जाम्पल दे के तुहानूं दसना चाहना कि तुसी एक, मैनूं नहीं पता तुसी पंजाब दे किस कोने किस हिस्से विच हो, राइट, बट मैं अपना मैसेज एक बार फिर दोहरा रहा कि तुसी किते भी हो, जे तुहाडे कोल स्मार्टफोन है तो इंटरनेट है, तुसी दुनिया की हर चीज़ सीख सकते हो। आज अमेरिका की जिहड़ी यूनिवर्सिटीज़ ने, हार्वर्ड यूनिवर्सिटी, यू नो मैसेच्यूसेट्स यूनिवर्सिटी, ऑक्सफोर्ड यूनिवर्सिटी जिहड़ी लंडन च, तुसी इन्हां यूनिवर्सिटी दे भी कोर्सेस कर सकते हो अपने घर बैठ के ऑन मोबाइल, राइट। ते दिस इज हाउ सेल्फ लर्निंग अपने आप सीखण दी स्पिरिट डेवलप करना, राइट। ते जब मैं रूम च आया, जब जूम कॉल स्टार्ट हुई, मैं सोचा कि मैं किस तरीके नाल यू नो इन्हां बच्चों नाल गल करांगा, मैं किस तरह अपने कॉन्सैप्ट को बड़ा ईजी करके समझाने की कोशिश करांगा। पर जब मैं तुहाडी स्पिरिट देखी ना, जिसनूं गुरु गोबिंद सिंह जी की लाइफ समझ आ गई, ਉਹਦੇ वास्ते यह चीज़ां समझनियां कोई मुश्किल नहीं है, चाहे तुहाडी कुछ भी उम्र हो, राइट। तो आई एम श्योर कि मेरी गल्लां तुहानूं समझ आ रही ने ते तुसीं इंप्लीमेंट करोगे। असीं थोड़ी अगे चलने हैं फटाफट। सैल्फ लर्निंग का जिहड़ा तीजा स्टैप है, फर्स्ट स्टैप सी गोल बनाने, दूजा स्टैप सी उस गोल नूं असीं फॉलो करना, राइट। तीजा स्टैप है फाइंड योर ट्राइब। फाइंड योर ट्राइब अगर मैं अनुवाद करा पंजाबी च ते होर कुछ नहीं होंदा, ਇਹਦਾ मतलब ਹੁੰਦਾ है अपने ਜਿਹੇ लोगों की संगत करना, राइट। अज तुसी इस रूम विच संगत कर रहे हो, यू आर संगत, वी ऑल आर संगत, राइट। ते जद असी ਇਹੋ ਜਿਹੇ लोगों च विचरदे हैं ना, जो कि साडे ब्रेन वर्गा सोचते हैं, साडे माइंड वर्गे थॉट्स ने उन्हां दे, साडी वेवलेंथ ते वो सोचते हैं, जो सानू चंगा लगता है उन्होंने भी वो चंगा लगता है, वो भी अगे वधना चाहते हैं, तुसी भी अगे वधना चाहते हो। तो मेन मैसेजेस कि अपने जिहे लोगों च विचरना स्टार्ट करो, राइट। वो लोग जो तुहाडे जिहा सोचते हैं,
ਤੇ ਅੱਗੇ ਵਧਣ ਦੀ ਸਪਿਰਿਟ ਰੱਖਦੇ ਨੇ, ਰਾਈਟ। ਬੇਸਿਕਲੀ ਅੱਛੀ ਸੰਗਤ, ਰਾਈਟ, ਕਿ ਸੰਗਤ ਦੇ ਬਿਨਾ ਕੁਝ ਵੀ ਨਹੀਂ ਹੈ। ਐਂਡ ਦਿਸ ਇਜ਼ a particular point of a gurus in our religion, right? Guru Sahab ने भी सानू ये हिदायत दी है कि संगत करना बहुत इंपॉर्टेंट है। ते सेल्फ लर्निंग का जिहड़ा थर्ड स्टैप है वो है संगत करना। हुण असी इसनू एक फॉर्मूले च देखते हैं, राइट, कि जे मैं सेल्फ लर्न करके कुछ भी सीखना है, आगे बढ़ना है, अपने सपने साकार करने ने, सक्सैसफुल होना है, करियर बनाना है, तो सब तो पहला स्टैप है मेरे गोल होने चाहिए, मेरे टारगेट होने चाहिए, मेरे एम होने चाहिए, राइट। दूजा, जब मैं गोल करांगा तो फिर सैल्फ लर्निंग होएगी। जिदा मैं तुहानू एक उदाहरण दिता हैलो इंग्लिश का, तुसी हैलो इंग्लिश स्टार्ट करोगे, तुसी इस रूम च आप तुहाडे फ्रेंड्स नाल गल करनी स्टार्ट करोगे, फाइंड योर ट्राइब। तो फिर की हुंदा है जब तुसी अपने जिही संगत पा लैंदे हो ना, उस दे बाद भी सैल्फ लर्निंग होती है। तुसी कुछ किया, तुसी अपने फ्रेंड नाल गल कीती, उन्हां नाल मिले जुले, शेयर किया, तो तुहाडे फ्रेंड ने कहा हाँ यह तो तू सीख लिया, हुण असी ए भी सीख सकते हैं। तो सैल्फ लर्निंग की साइकिल इदां चलती रहती है। तुसी सीखते हो, अगे वधदे हो, तुहानू लगता है एक होर लोड़ है, तुसी फिर सीखते हो, फिर अगे वधदे हो, राइट। तो उस पुल नू हमेशा अपने दिमाग च रखना। जे उस वो पुल है बड़ा स्ट्रोंग बट उसका कोई यूज नहीं है, राइट। इसी तरीके वो जड़े 40 लाख लोग जिन्होंने अपनी जॉब लूज कर दी ना पैंडेमिक विच, वो काम तो ठीक कर रहे सी पर उन्होंने लोड़ नहीं सी हुण कंपनी में, राइट, क्योंकि उन्होंने स्किल्स नहीं सी उन्हें। तो इसलिए गोल बनाओ, सीखो, सक्सैस पाओ, उस सक्सैस के पॉइंट फिर एक होर गोल बनाओ, सीखो, अगे बढ़ो, एक होर गोल बनाओ, सीखो, अगे बढ़ो। दिस इज द फॉर्मूला ऑफ सेल्फ लर्निंग, राइट। इस पिक्चर को कोई समझ सकता है? मैं अपनी अज की जिहड़ी सैशन है वो इस पिक्चर नाल एंड करूँगा। कोई इस पिक्चर को समझ सकता है? इस पिक्चर का की मतलब है? यह सब पंजाब नाल की मतलब है? सब लोग यस लिख रहे हैं, बट इस ट्रैक्टर टू ट्विटर, यस यस यस, थैंक यू सो मच, थैंक यू, थैंक यू, राइट। किसान आंदोलन ट्रैक्टर टू ट्विटर। किसान अपने पिंडां च सी, मेहनत कर रहे सी, किसी ने किसी को कुछ नहीं किया, उन्होंने हार्मलेस पीपल, हार्ड वर्किंग हार्मलेस पीपल। आई एम श्योर हो सकता है तुसी लोग भी कोई फार्मर फैमिली तो बिलोंग करते हो, राइट। बट जे आज जंग लड़ रहे ने ना, वो तलवारां या बंदूकां नाल जंग नहीं लड़ रहे, वो सोशल मीडिया के राही अपनी गल पूरे विश्व तक पहुंचा रहे हैं, पूरे वर्ल्ड च लेके जा रहे हैं। तो जे फार्मर ये कर सकता है तो तुसी भी कर सकते हो, क्योंकि तुहानू एक एजुकेट पंजाब जिहा प्लेटफॉर्म मिलिया है अज, जिथे तुहाडे टीचर्स इन्ने डेडिकेटेड ने तुहाडी ग्रोथ वास्ते, तुहाडा सपोर्ट करते हैं। You know, they are holding your hand toward success. It is very important that as young people of Punjab ਦੇ युवा होने करके साड़ी एक रिस्पॉन्सिबिलिटी है, बहुत वड्डी रिस्पॉन्सिबिलिटी है। असी अपने आप को एक प्रॉमिस करना, वो ये है कि साडे गोल इन्ने वड्डे होणगे, असी इन्ने सक्सैसफुल होवांगे कि असी अपनी कौम नू, अपने स्टेट नू दुनिया का सब तो वधिया स्टेट बनाइए, राइट। ते इस टॉपिक की लोड़ अज सब तो ज़्यादा इसलिए है बिकॉज साडी जिहड़ी स्पिरिट है, जो पंजाब की स्पिरिट है, वो पूरी दुनिया तक आज पहुंच पाई है,
नहीं तो लिमिटेड रह जाता, राइट। अगर यह सोशल मीडिया नहीं होता, वो स्पिरिट तो हमेशा सी, पर अज ये स्पिरिट दुनिया च सोशल मीडिया राही पहुंच रही है, इंटरनेट राही पहुंच रही है, राइट। इसलिए हर पंजाबी युवा का यह रिस्पॉन्सिबिलिटी है कि वो सोशल मीडिया ਨੂੰ रिस्पॉन्सिबली यूज करके, मैं एक डिस्क्लेमर देना चाहना कि ਅੱਜ जो भी गल कही मैं इंटरनेट ਦੀ एडवांटेजेस बारे गल करी, राइट। वो साडी चोण है, वो साडी चॉइस है कि ਅਸੀਂ इंटरनेट ਨੂੰ सुचारू रूप ਨਾਲ यूज करना कि नैगेटिव वाले जाना, राइट। कुछ पेरेंट्स का हो सकता है कि कंसर्न होए कि इंटरनेट की इन्नी खुल देनी ठीक है या गलत है, बट आई एम श्योर कि जो गुरु गोबिंद सिंह जी के लाल ने ना ते बच्चियां ने इस रूम च, वो इंटरनेट का हमेशा सही इस्तेमाल करेंगे। तो इंटरनेट का इस्तेमाल करके ए टूल्स जिहदे बारे असी गल की है, सैल्फ लर्निंग का फॉर्मूला समझ के असी इस दुनिया च कुछ भी हासिल कर सकते हैं। ये दुनिया रॉकेट की स्पीड नाल अगे जा रही है। एक सज्जन ने क्या होया कि जड़ी 1900 तो लैके 2000 तक डेवलपमेंट हुई है ना 100 सालों च, उस तो कई गुना डेवलपमेंट 2000 तो लैके 2022 तक है, होनी है, कई गुना। ते 100 साल ते 12 साल का फर्क इको जिहा है टेक्नोलॉजिकल एडवांसमेंट की, जैसे गल करिए कि जिदा जिदा टेक्नोलॉजी डेवलप हो रही है वो साडी किताबां च नहीं आ सकती इन्नी फास्ट तरीके नाल। इंटरनेट ही एक इहो जी जगह है जिथे सानू अपडेटेड इंफॉर्मेशन ते अपडेटेड स्किल्स मिल सकते, राइट। तो इसी मैसेज नाल आई जस्ट वांट टू विश यू ऑल द बेस्ट। मेरी बेस्ट विशेस तुहाडे सब नाल ने, ते मैं रियली चाहना कि पंजाब दा हर यूथ, पंजाब दा हर बच्चा सक्सैसफुल होए ते न्यू हाइट्स असी 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 बहुत दूर जाना है, बहुत अगे जाना है। थैंक यू सो मच। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਜਸਮੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਜਿਹੜਾ ਉਹ ਸਾਡੇ ਤੇ ਬੱਚਿਆਂ ਤੇ ਲਾਇਆ। ਸੋ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਨਾਲ ਹੀ ਅਵੰਤਕਾ ਬੇਟੀ ਤੇ ਵੀਰ ਜਸਵੀਰ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਐਸੇ ਵੀਰ ਦੇ ਦਰਸ਼ਨ ਕਰਵਾਏ ਆ, ਜਿਨ੍ਹਾਂ ਨੇ ਸਾਨੂੰ ਅੱਜ ਬਹੁਤ ਸੋਹਣੇ ਤਰੀਕੇ ਦੇ ਨਾਲ ਸਮਝਾਇਆ ਕਿ ਅਸੀਂ ਕਿਸ ਤਰ੍ਹਾਂ ਆਪਣਾ ਗੋਲ ਪਾ ਕੇ ਤੇ ਇਹ ਆਪਣਾ ਏਮ ਹੈ ਜਿਹੜਾ ਪੂਰਾ ਕਰ ਸਕਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਜੀ। ਹੁਣ ਜਿਹੜੇ ਬੱਚਿਆਂ ਦੇ ਸਵਾਲ ਨੇ ਕੈਰੀਅਰ ਸੰਬੰਧੀ, ਉਹ ਬੱਚੇ ਆਪਣਾ ਹੈਂਡ ਰੇਜ਼ ਕਰਨਗੇ ਜੀ, ਆਪਾਂ ਉਹਨਾਂ ਬੱਚਿਆਂ ਨੂੰ ਲਵਾਂਗੇ। ਹਾਂਜੀ ਬੇਟਾ ਜੀ। ਬੱਚਿਆਂ ਦੇ ਬੇਨਤੀ ਹੈਗੀ ਹੈ ਕਿ ਵੀਰ ਜੀ ਨੂੰ ਥੋੜਾ ਜਿਹਾ ਆਪਣੀ ਇੰਟਰੋਡਕਸ਼ਨ ਦੇਣਗੇ ਜੀ। ਵੀਰ ਜਸਮੀਤ ਸਿੰਘ ਜੀ, ਵੀਰ ਜੀ ਨੇ ਬੜੀ ਪਿਆਰੀ ਗੱਲ ਕੀਤੀ ਲਾਸਟ ਤੇ, ਜਿਹੜਾ ਮੈਸੇਜ ਦਿੱਤਾ ਵੀਰ ਜੀ ਨੇ ਲਾਸਟ ਤੇ, ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸਾਨੂੰ ਇਹ ਮੈਸੇਜ ਮਿਲਦਾ, ਗਿਆਨ ਖੜਗ ਦਾ। ਗੁਰੂ ਸਾਹਿਬ ਜੀ ਕਹਿੰਦੇ ਨੇ ਗਿਆਨ ਖੜਗਲਾ ਮਨ ਸੇ ਉਲਝੈ। ਗੁਰੂ ਜੀ ਕਹਿੰਦੇ ਲੜਨਾ ਹੈ, ਪਰ ਕਿਹਦੇ ਨਾਲ ਲੜਨਾ ਹੈ? ਅੱਜ ਦਾ ਜੋ ਯੁੱਗ ਹੈ ਉਹ ਗਿਆਨ ਦਾ ਯੁੱਗ ਹੈ। ਸੋ ਅਸੀਂ ਗਿਆਨ ਦਾ ਆਪਣਾ ਵਧਾ ਕੇ ਗਿਆਨ ਦੇ ਨਾਲ ਅੱਗੇ ਵਧਣਾ ਹੈ, ਸੋਚ ਸਮਝ ਦੇ ਨਾਲ, ਹੋਸ਼ੋ ਹਵਾਸ ਦੇ ਨਾਲ ਅੱਗੇ ਵਧਣਾ। ਬਹੁਤ ਧੰਨਵਾਦ ਵੀਰ ਜੀ। ਮੈਂ ਬੇਨਤੀ ਕਰਾਂਗੀ ਵੀਰ ਜੀ ਪਲੀਜ਼ ਥੋੜੀ ਜਿਹੀ ਆਪਣੀ ਇੰਟਰੋਡਕਸ਼ਨ ਜ਼ਰੂਰ ਬੱਚਿਆਂ ਨਾਲ ਸ਼ੇਅਰ ਕਰਨਾ। थैंक यू मैम, जरूर जरूर। तो बच्चों मेरा नाम तो तुहानू पता ही है, जसमीत सिंह, मैं दिल्ली रहना। इसलिए ना मेरी पंजाबी थोड़ी मैम, मैं आशा कर, मैं होप करदा है मैम कि मैं अपना मैसेज अक्रॉस कर पाया। नहीं, मैं बहुत सच्चे गल सच्चे दिल नाल कह रहा कि मेरी आदत है, मेरी हैबिट इंग्लिश सैशन लैण दी है, बट इहो जिहा मौका पहली बार मिलिया कि मैं पंजाबी च गल करा ज़्यादा तो ज़्यादा, राइट। पंजाबी मैनू बोल पाना मैं, बट एक फॉर्मल तरीके नाल सैशन लेना मेरे वास्ते एक चैलेंज सी, बट आई होप आई वाज एबल टू डू जस्टिस। ते मैं दिल्ली रहना एंड मैं MBA की हुई है। मैं 10 साल अपना बिजनेस किया अपने फादर नाल, बट कहीं किते ना किते मेरा दिल बच्चों नाल सी, एजुकेशन नाल सी। उस दे बाद मैं एजुकेशनल कंपनियां नाल 7 साल काम किया है, जिथे कि मैनू मौका मिलिया साडे हिंदुस्तान, साडे देश के छोटे शहरों च जाके बच्चों नाल काम करन दा।
मेरा ज़्यादा एक्सपीरियंस कॉलेज स्टूडेंट्स नाल यू नो एक्सपीरियंस है मेरा, क्योंकि मैं नॉर्थ इंडिया दे घट्टो घट्ट 50 60 70 कॉलेज जाके अपनी गल कर चुके हैं, बच्चों नाल गल कर सकिया, हज़ारां स्टूडेंट्स ਨੂੰ काउंसलिंग की है। ਤੇ ਅਸੀਂ ਮੇਰੀ ਜਿਹੜੀ ਐਕਸਪਰਟੀਜ਼ ਹੈ ਉਹ ਇੰਪਲੋਏਬਿਲਿਟੀ 'ਚ, ਰਾਈਟ। ਇੰਪਲੋਏਬਿਲਿਟੀ ਦਾ ਮਤਲਬ ਹੁੰਦਾ ਹੈ ਕਿ ਜੇ ਅਸੀਂ ਕੋਈ ਜੌਬ ਲੈਣੀ ਹੈ ਉਹਦੇ ਵਾਸਤੇ ਸਾਨੂੰ ਕੋਈ ਹੁਨਰ ਚਾਹੀਦੇ ਹੁੰਦੇ ਆ, ਸਕਿੱਲਸ ਜਿਸ ਨੂੰ ਅਸੀਂ ਕਹਿੰਦੇ ਹਾਂ, ਰਾਈਟ। ਤੇ ਮੈਂ ਬੱਚਿਆਂ 'ਚ ਉਹ ਸਕਿੱਲ ਡਿਵੈਲਪ ਕਰਦਾ ਰਿਹਾ, ਜਿੱਦਾਂ ਕਿ ਇੰਟਰਵਿਊ ਕਿੱਦਾਂ ਦੇਈਦਾ ਹੈ, ਗਰੁੱਪ ਡਿਸਕਸ਼ਨ ਕਿੱਦਾਂ ਕਰੀਦਾ ਹੈ, ਇੱਕ ਇੰਟਰਵਿਊ ਨਾਲ ਕਿੱਦਾਂ ਗੱਲ ਕਰਨੀ ਚਾਹੀਦੀ ਹੈ। ਤੇ ਮੇਰਾ ਸਾਰਾ ਜਿਹੜਾ ਐਕਸਪੀਰੀਅੰਸ ਹੈ ਉਹ ਇਸ ਖੇਤਰ 'ਚ ਰਿਹਾ ਹੈ। ਤੇ ਦਿਸ ਇਜ਼ ਮਾਈ ਸਮਾਲ ਇੰਟਰੋਡਕਸ਼ਨ। ਤੇ ਮੈਂ ਦਿੱਲੀ ਤੋਂ ਹਾਂ, ਮੈਂ ਤੁਹਾਡੇ ਸਭ ਨਾਲ ਦਿੱਲੀ ਬੈਠ ਕੇ ਗੱਲ ਕਰ ਰਿਹਾ। ਜੀ ਬਹੁਤ ਧੰਨਵਾਦ ਵੀਰ ਜੀ, ਬਹੁਤ ਹੀ ਪਿਆਰ ਦੇ ਨਾਲ ਤੁਸੀਂ ਬੱਚਿਆਂ ਨੂੰ ਬੜੀ ਇੰਪੋਰਟੈਂਟ ਅੱਜ ਇੱਕ ਗੱਲ ਵੀਰ ਜੀ ਨੇ ਦੱਸੀ ਹੈ ਕਿ ਕੁਝ ਵੀ ਸਿੱਖਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਇੰਗਲਿਸ਼ ਆਣੀ ਜ਼ਰੂਰੀ ਹੈ। ਬੇਸ਼ੱਕ ਅਸੀਂ ਆਪਣੀ ਮਾਤ ਭਾਸ਼ਾ ਨਾਲ ਪਿਆਰ ਕਰਨਾ ਹੈ, ਪਰ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਲੈਂਗੁਏਜ ਹੈ, ਔਰ ਬੜੇ ਸੌਖਾ ਢੰਗ ਵੀਰ ਜੀ ਨੇ ਦੱਸਿਆ ਕਿ ਅਗਰ ਤੁਹਾਡੇ ਕੋਲ ਸਮਾਰਟਫੋਨ ਹੈ, ਅਗਰ ਤੁਹਾਡੇ ਕੋਲ ਇੰਟਰਨੈਟ ਹੈ, ਔਰ ਸਾਰੇ ਅਸੀਂ ਤਾਂ ਹੀ ਜ਼ੂਮ ਤੇ ਅੱਜ ਬੈਠੇ ਹਾਂ, ਸਾਰੇ ਪਿਛਲੇ 7 ਮਹੀਨਿਆਂ ਤੋਂ ਸੰਗਤ ਕਰ ਰਹੇ ਹਾਂ। ਸੋ ਜ਼ਰੂਰ ਜਿਹੜੀ ਵੀਰ ਜੀ ਨੇ ਵੈਬਸਾਈਟ ਦੱਸੀ ਹੈ helloenglish.com, ਜਾਂ ਉਹਦਾ ਜਿਹੜਾ ਐਪ ਹੈ ਪਲੇ ਸਟੋਰ ਤੇ ਜਾ ਕੇ ਤੁਸੀਂ ਜ਼ਰੂਰ ਸਾਰੇ ਸਰਚ ਕਰਨਾ, ਔਰ ਵੱਧ ਤੋਂ ਵੱਧ ਆਪਣੇ ਵਿੱਚ ਸਕਿੱਲਸ ਲੈ ਕੇ ਆਈਏ, ਕਿਉਂਕਿ ਆਉਣ ਵਾਲਾ ਸਮਾਂ ਸਿਰਫ ਤੇ ਸਿਰਫ ਸਕਿੱਲਸ ਦਾ ਹੈ, ਔਰ ਜਿੰਨੀਆਂ ਵੱਧ ਸਕਿੱਲਸ ਹੋਣਗੀਆਂ ਉਨੇ ਜ਼ਿਆਦਾ ਅਸੀਂ ਕਾਮਯਾਬ ਹੋਵਾਂਗੇ ਜੀ। ਸੋ ਜਿਹੜੇ ਵੀ ਬੱਚੇ ਕੁਐਸਚਨਸ ਪੁੱਛਣਾ ਚਾਹੁੰਦੇ ਨੇ, ਜ਼ਰੂਰ ਆਪਣੇ ਸੈਲਫ ਇੰਪਰੂਵਮੈਂਟ ਦੇ ਲਈ ਅਸੀਂ ਜ਼ਰੂਰ ਕੁਐਸਚਨਸ ਪੁੱਛੀਏ ਜੀ। ਸੋ ਸਭ ਤੋਂ ਪਹਿਲਾਂ ਪ੍ਰਭਜੋਤ ਸਿੰਘ 15636। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਵੇਂ ਤੁਸੀਂ ਦੱਸਿਆ ਸੀਗਾ ਕਿ ਅਸੀਂ ਇੰਟਰਨੈਟ ਤੋਂ ਐਪ ਬਣਾ ਕੇ ਸਿੱਖ ਸਕਦੇ ਹਾਂ, ਉਵੇਂ ਹੀ ਮੈਂ ਕੋਸ਼ਿਸ਼ ਕਰਕੇ ਨਾ ਪਹਿਲਾਂ 1-2 ਮਹੀਨੇ ਪਹਿਲਾਂ ਇੱਕ ਐਪ ਬਣਾਇਆ ਕੁਇਜ਼ ਦੇ ਰਿਲੇਟਡ, ਜਿਸ ਵਿੱਚ ਗੁਰਮੁਖੀ ਦੇ ਪ੍ਰਸ਼ਨ ਉੱਤਰ ਪੁੱਛੇ ਜਾਂਦੇ ਨੇ, ਉਵੇਂ ਦਾ ਮੈਂ ਇੱਕ ਐਪ ਬਣਾਇਆ ਹੋਇਆ ਜੀ। ਵੰਡਰਫੁਲ, ਬਹੁਤ ਵਧੀਆ ਪ੍ਰਭਜੋਤ ਵੀਰੇ। ਧੰਨਵਾਦ। ਤੇ ਬਸ ਪ੍ਰਭਜੋਤ, ਸਾਡਾ ਇੱਕ ਛੋਟਾ ਵੀਰ ਮੇਰਾ ਇੱਕ ਉਦਾਹਰਣ ਹੈ ਕਿ ਉਸਨੇ ਆਪ ਬੈਠ ਕੇ ਐਪ ਬਣਾਈ ਹੈ, ਰਾਈਟ। ਪ੍ਰਭਜੋਤ, ਮੇਰਾ ਸੁਜੈਸ਼ਨ ਇਹ ਰਹੇਗਾ ਬੇਟਾ ਕਿ ਜਿਹੜੇ ਵੀ ਵੱਡੀ ਕੰਪਨੀਆਂ ਨੇ ਨਾ, ਗੂਗਲ ਹੈ, ਇੰਸਟਾਗ੍ਰਾਮ ਹੈ, ਫੇਸਬੁੱਕ ਹੈ, ਇਹਨਾਂ ਬਾਰੇ ਪੜ੍ਹਨਾ ਸਟਾਰਟ ਕਰੋ, ਠੀਕ ਹੈ। ਜੋ ਲੋਕ ਇਸ ਕੰਪਨੀ 'ਚ ਕੰਮ ਕਰਦੇ ਨੇ ਉਹਨਾਂ ਬਾਰੇ ਪੜ੍ਹਨਾ ਸਟਾਰਟ ਕਰੋ। ਦੇਖੋ ਉਹਨਾਂ ਨੇ ਕੀ ਕੀਤਾ ਹੋਇਆ, ਕੀ ਕੋਰਸ ਕੀਤਾ ਹੋਇਆ, ਉਹਨਾਂ ਵਿੱਚ ਕੀ ਸਕਿੱਲ ਨੇ, ਕਿਉਂਕਿ ਆਖਿਰ ਇਹ ਲੋਕ ਦੁਨੀਆ ਦੀ ਬੈਸਟ ਐਪ ਬਣਾ ਕੇ ਬੈਠੇ ਹੋਏ ਨੇ, ਰਾਈਟ। ਤੇ ਬਣਾਉਣ ਵਾਲਾ ਤੇ ਇਨਸਾਨ ਹੀ ਹੈ, ਤੇ ਉਹਨਾਂ ਨੇ ਕੁਝ ਐਜੂਕੇਸ਼ਨ ਵੀ ਲਿੱਤੀ ਹੋਣੀ ਹੈ ਪਹਿਲੇ ਬਣਾਉਣ ਤੋਂ ਪਹਿਲੇ। ਤੇ ਜੇ ਤੁਹਾਡਾ ਇੰਟਰਸਟ ਮੋਬਾਈਲ ਐਪ ਬਿਲਡਿੰਗ ਵਿੱਚ ਹੈ ਤੇ ਇਹਨਾਂ ਸਾਰਿਆਂ ਲੋਕਾਂ ਨੂੰ ਫੋਲੋ ਕਰਨਾ ਸਟਾਰਟ ਕਰੋ, ਇਹਨਾਂ ਬਾਰੇ ਪੜ੍ਹਨਾ ਸਟਾਰਟ ਕਰੋ ਕਿ ਇਹਨਾਂ ਨੇ ਕਿੱਥੋਂ ਪੜ੍ਹਾਈ ਕੀਤੀ, ਕੀ ਐਪ ਬਣਾ ਰਹੇ ਨੇ, ਇਹਨਾਂ ਦੇ ਕੀ ਸਕਿੱਲਸ ਨੇ, ਤਾਂ ਕਿ ਜੋ ਤੁਹਾਡਾ ਸਕਿੱਲ ਆਲਰੇਡੀ ਬਿਲਡ ਹੈ ਤੁਸੀਂ ਇਸ ਨੂੰ ਦੂਜੇ ਬਹੁਤ ਉੱਪਰਲੇ ਪੱਧਰ ਤੇ ਲੈ ਕੇ ਜਾ ਸਕੋ। ਸਮਝ ਗਿਆ ਮੇਰਾ ਵੀਰ ਪ੍ਰਭਜੋਤ? ਹਾਂਜੀ ਹਾਂਜੀ ਜੀ। ਵੰਡਰਫੁਲ ਵੰਡਰਫੁਲ, ਬਹੁਤ ਵਧੀਆ ਜੀ। ਇੰਟਰਨੈਟ ਜਿਹੜਾ ਹੈਗਾ ਇੱਕ ਲੈਵਲਰ ਦਾ ਕੰਮ ਕਰ ਰਿਹਾ, ਭਾਵੇਂ ਕੋਈ ਪਿੰਡ 'ਚ ਬੈਠਾ, ਭਾਵੇਂ ਕੋਈ ਸ਼ਹਿਰ 'ਚ ਬੈਠਾ, ਭਾਵੇਂ ਕੋਈ ਬੰਬੇ ਬੈਠਾ, ਭਾਵੇਂ ਕੋਈ ਯੂਕੇ ਬੈਠਾ, ਸਭ ਨੂੰ ਇੱਕੋ ਜਿਹਾ ਕਰ ਦਿੱਤਾ ਉਹਨੇ। ਸੋ ਬਹੁਤ ਧੰਨਵਾਦ ਜੀ ਕਿ ਤੁਸੀਂ ਇੰਨਾ ਕੁਝ ਲਰਨ ਵੀ ਕਰ ਰਹੇ ਹੋ ਔਰ ਉਹਨੂੰ ਅਪਲਾਈ ਵੀ ਕਰ ਰਹੇ ਹੋ। ਸੋ ਨੈਕਸਟ ਨਮਨਦੀਪ ਕੌਰ। ਨਮਨਦੀਪ, ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਅਨਮਿਊਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰ, ਮੇਰਾ क्वेश्चन था नहीं कि मैं किस शब्द से करना थी। अच्छा, ठीक है बच्चे, प्लीज। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ। ਉਸ ਵੇਲੇ ਦਾ ਸੁਣ ਲਓ ਹਾਲ ਜੀ। ਰਾਤ ਹਨੇਰੀ ਬਿਜਲੀ ਲਿਖਸ਼ੇ, ਰਾਤ ਹਨੇਰੀ ਬਿਜਲੀ ਲਿਖਸ਼ੇ, ਰਾਹ ਜੰਗਲਾਂ ਦੇ ਪੈ ਗਏ ਨੇ, ਰਾਹ ਜੰਗਲਾਂ ਦੇ ਪੈ ਗਏ ਨੇ।
छोटी उम्र दे दोनों बाल। ਬਹੁਤ ਧੰਨਵਾਦ ਜੀ ਨਮਨਦੀਪ ਕੌਰ ਜੀ, ਬੜੇ ਪਿਆਰ ਨਾਲ ਤੁਸੀਂ ਸੁਣਾਇਆ। ਹਾਂਜੀ ਸ਼ੁਭਪ੍ਰੀਤ ਸਿੰਘ ਜੀ ਜੁੜ ਚੁੱਕੇ ਨੇ, ਉਹਨਾਂ ਨੂੰ ਬੇਨਤੀ ਹੈ ਆਪਣੇ ਮਾਈਕ ਨੂੰ ਅਨਮਿਊਟ ਕਰੋ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਮੈਂ ਬ੍ਰਿਜ ਦੇ ਬਾਰੇ ਪੁੱਛਣਾ ਹੈ ਸਰ, ਉਹਦਾ ਨਾਮ ਕੀ ਸੀ? ਅੱਛਾ ਤੁਸੀਂ ਬ੍ਰਿਜ ਦਾ ਨਾਮ ਪੁੱਛਣਾ ਹੈ ਬੱਚੇ। ਉਹਦਾ ਬ੍ਰਿਜ ਦਾ ਨਾਮ ਸੀ ਚੋਲੂਟੇਕਾ ਬ੍ਰਿਜ, CHOLUTECA ਬ੍ਰਿਜ, ਚੋਲੂਟੇਕਾ ਬ੍ਰਿਜ। ਬ੍ਰਿਜ ਤੁਸੀਂ ਜਾ ਕੇ ਸਾਰੇ ਪੜ੍ਹ ਸਕਦੇ ਹੋ, ਇਹ ਕਹਾਣੀ ਬਹੁਤ ਇੰਟਰਸਟਿੰਗ ਕਹਾਣੀ ਹੈ। ਇਸ ਕਹਾਣੀ ਦਾ ਜਿਹੜਾ ਅਸਲੀ ਮੈਸੇਜ ਹੈ ਨਾ, ਉਹ ਮੈਸੇਜ ਹੈ ਡਿਸਰਪਸ਼ਨ। ਡਿਸਰਪਸ਼ਨ ਇੱਕ ਅੰਗਰੇਜ਼ੀ ਦਾ ਵਰਡ ਹੈ ਜਿਸ ਦਾ ਮਤਲਬ ਹੈ ਕਿ ਕੁਝ ਇਹੋ ਜਿਹਾ ਹੋਇਆ ਕਿ ਸਭ ਕੁਝ ਬਦਲ ਗਿਆ, ਚਾਹੇ ਉਹ ਇੱਕ ਕੁਦਰਤ ਦਾ ਕਾਰਨਾਮਾ ਸੀ ਜਾਂ ਚਾਹੇ ਬੱਚੇ ਇੱਕ ਮਿੰਟ ਹੈ ਨਾ, ਚਾਹੇ ਉਹ ਕੁਦਰਤੀ ਸੀ ਜਾਂ ਕੋਈ ਵੀ ਕੁਝ ਵੀ ਹੋਇਆ, ਇਹੋ ਜਿਹਾ ਕੁਝ ਹੋਇਆ ਜਿਹਦੇ ਨਾਲ ਸਭ ਕੁਝ ਬਦਲ ਗਿਆ, ਰਾਈਟ। ਤੇ ਜਦ ਕੁਝ ਬਦਲਦਾ ਹੈ ਨਾ, ਤੇ ਉਹੀ ਲੋਕ ਸਰਵਾਈਵ ਕਰ ਪਾਉਂਦੇ ਨੇ ਜੋ ਆਪਣੇ ਆਪ ਨੂੰ ਬਦਲ ਸਕਦੇ ਨੇ। ਤੇ ਜਦ ਅਸੀਂ ਕਰੀਅਰ ਦੀ ਗੱਲ ਕਰੀਏ ਜਾਂ ਜਸਪ੍ਰੀਤ ਮੈਮ ਸਕਿੱਲਸ ਦੀ ਗੱਲ ਕਰ ਰਹੇ ਸੀ ਨਾ ਤੁਹਾਡੇ ਨਾਲ, ਸਭ ਤੋਂ ਇੰਪੋਰਟੈਂਟ ਸਕਿੱਲ ਜਿਹੜਾ ਮੰਨਿਆ ਗਿਆ ਹੈ ਨਾ, ਕਮਿਊਨੀਕੇਸ਼ਨ ਸਕਿੱਲ ਦੇ ਬਾਅਦ, ਮੈਂ ਗੱਲ ਕਰ ਰਿਹਾ ਸੀ ਕਮਿਊਨੀਕੇਸ਼ਨ ਸਕਿੱਲ ਦੀ, ਕਮਿਊਨੀਕੇਸ਼ਨ ਸਕਿੱਲ ਦੇ ਬਾਅਦ ਸਭ ਤੋਂ ਜਿਹੜਾ ਇੰਪੋਰਟੈਂਟ ਹੁਨਰ ਹੈ ਉਹ ਹੈ ਅਨੁਕੂਲਤਾ, ਰਾਈਟ। ਪੰਜਾਬੀ ਦਾ ਵਰਡ ਹੈ, ਇੰਗਲਿਸ਼ ਅਸੀਂ ਕਹਿੰਦੇ ਆ ਅਡੈਪਟੇਬਿਲਿਟੀ, ਕਿ ਜੋ ਇਨਸਾਨ ਸਮੇਂ ਨਾਲ ਬਦਲ ਸਕਦਾ ਹੈ ਨਾ, ਉਹੀ ਸਕਸੈਸਫੁਲ ਹੋ ਸਕਦਾ ਹੈ। ਤੇ ਜਿੰਨਾ ਜਲਦੀ ਸਮੇਂ ਨਾਲ ਬਦਲਾਂਗੇ ਉਨਾ ਹੀ ਅਸੀਂ ਅੱਗੇ ਵਧਾਂਗੇ। ਥੈਂਕ ਯੂ ਸਰ ਦੁਬਾਰਾ ਦੱਸਿਓ, ਨਾਮ ਸਪੈਲ ਆਊਟ ਕਰ ਦਿਓ। ਮੈਂ ਸਪੈਲ ਆਊਟ ਕਰ ਦੇਣਾ ਬੱਚੇ, CHO ਸਰ ਯੈਸ ਲਿਖ ਲਿਆ ਤੁਸੀਂ? ਹਾਂਜੀ LU ਯੈਸ TECA। ਥੈਂਕ ਯੂ ਸਰ। ਯੂ ਵੈਲਕਮ। ਬਾਈ ਖਾਲਸਾ ਹੋ ਗਈ ਫਤਿਹ ਜੀ। ਹਾਂਜੀ ਸ਼ੈਰੀ ਜਿੰਦਲ ਜੀ ਆਪਣੇ ਮਾਈਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਸਾਇੰਸ ਤੇ ਰਿਲੀਜਨ ਸਰ ਦੋਨੋਂ ਇਕੱਠੇ ਵਰਕ ਕਰ ਸਕਦੇ ਨੇ ਸਰ, ਜਾਂ ਦੋਨਾਂ ਵਿੱਚ ਕਾਫੀ ਡਿਫਰੈਂਸ ਹੁੰਦਾ ਹੈ? ਬੱਚੇ ਖੈਰ ਮੈਂ ਇੱਕ ਰਿਲੀਜੀਅਸ ਐਕਸਪਰਟ ਤੇ ਨਹੀਂ ਹਾਂ, ਨਾ ਹੀ ਮੈਂ ਸਾਇੰਟਿਫਿਕ ਐਕਸਪਰਟ ਹਾਂ, ਬਟ ਮੈਂ ਥੋੜਾ ਜ਼ਿੰਦਗੀ ਦੇ ਐਕਸਪੀਰੀਅੰਸ ਨਾਲ ਇਸ ਸਵਾਲ ਦਾ ਜਵਾਬ ਦੇ ਸਕਦਾ, ਰਾਈਟ। ਤੇ ਰਿਲੀਜਨ is the biggest science, I feel. ਤੇ specifically ਜੋ ਸਾਡਾ ਸਿੱਖੀ ਰਿਲੀਜਨ ਹੈ ਨਾ, ਜੋ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਸੀ, ਉਹ ਸਭ ਤੋਂ ਵੱਡੀ ਸਾਇੰਸ ਹੈ ਜ਼ਿੰਦਗੀ ਜੀਣ ਦੀ, ਰਾਈਟ। ਛੋਟੀ ਜਿਹੀ ਗੱਲ, ਦਸ਼ਮ ਪਾਤਸ਼ਾਹ ਨੇ, ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕੁਝ ਚੀਜ਼ਾਂ ਤੋਂ ਮਨਾਹੀ ਕੀਤੀ ਹੈ, ਛੋਟੀ ਜਿਹੀ ਗੱਲ, ਉਹਨਾਂ ਨੇ ਸ਼ਰਾਬ ਪੀਣ ਤੋਂ ਸਾਨੂੰ ਮਨਾ ਕੀਤਾ ਹੈ। ਹੁਣ ਅਸੀਂ ਉਹਨਾਂ ਨੇ ਇੱਕ ਹੁਕਮ ਦਿੱਤਾ ਹੈ ਆਪਣੇ ਫਾਲੋਅਰਸ ਨੂੰ ਕਿ ਤੁਸੀਂ ਜੇ ਸਿੱਖ ਕਹਾਂਦੇ ਹੋ, ਤੁਸੀਂ ਐਲਕੋਹਲ ਕੰਜ਼ਿਊਮ ਨਹੀਂ ਕਰਨਾ। ਪਰ ਇਸ ਦੇ ਪਿੱਛੇ ਨਾ ਇੱਕ ਬਹੁਤ ਵੱਡੀ ਸਾਇੰਸ ਹੈ, ਇੱਕ ਬਹੁਤ ਵੱਡੀ ਬਾਇਓਲੋਜੀਕਲ ਸਾਇੰਸ ਹੈ ਕਿ ਉਹ ਚੀਜ਼ ਹੀ ਸਾਡੇ ਸਰੀਰ ਵਾਸਤੇ ਬਣੀ ਨਹੀਂ ਹੋਈ। ਤੇ ਗੁਰੂ ਸਾਹਿਬ ਚਾਹੁੰਦੇ ਸੀ ਕਿ ਅਸੀਂ ਹਮੇਸ਼ਾ ਹੈਲਦੀ ਰਹੀਏ ਤਾਂ ਕਿ ਅਸੀਂ ਮਜ਼ਲੂਮਾਂ ਵਾਸਤੇ ਕੰਮ ਕਰ ਸਕੀਏ, ਰਾਈਟ। ਇਸ ਲਈ ਉਹਨਾਂ ਨੇ ਕਿਹਾ ਸੀ। ਤੇ ਹੁਣ ਜੇ ਸਾਨੂੰ ਨਾ ਦੋਨੋਂ ਲੈਂਸਸ ਦੀ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਹੈ, ਰਿਲੀਜਨ ਦੀ ਵੀ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਹੈ ਤੇ ਸਾਇੰਸ ਦੀ ਵੀ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਹੈ। ਜੇ ਸਾਨੂੰ ਦੋਨੋਂ ਅੰਡਰਸਟੈਂਡਿੰਗਸ ਦੀ ਨਾ, ਤੇ ਅਸੀਂ ਇੱਕ ਦੂਜੇ ਨੂੰ ਐਪਰੀਸ਼ੀਏਟ ਕਰ ਪਾਵਾਂਗੇ ਜ਼ਿਆਦਾ। ਸਾਨੂੰ ਜੇ ਸਾਇੰਸ ਦੀ ਸਮਝ ਹੈ ਨਾ, ਤੇ ਅਸੀਂ ਆਪਣੇ ਗੁਰੂਆਂ ਦਾ ਮੈਸੇਜ ਡੀਕੋਡ ਕਰ ਪਾਵਾਂਗੇ ਕਿ ਆਹੋ ਸਾਡੇ ਗੁਰੂ ਜੀ ਕਿੰਨੇ ਸਾਇੰਟਿਫਿਕ ਸਨ। ਤੇ ਜੇ ਸਾਨੂੰ ਰਿਲੀਜਨ ਦੀ ਨੋ ਹਾਉ ਹੈ, ਨੌਲੇਜ ਹੈ, ਤੇ ਅਸੀਂ ਸਾਇੰਸ ਨੂੰ ਵੀ ਹੋਰ ਡੂੰਘੇ ਤਰੀਕੇ ਨਾਲ ਸਮਝ ਪਾਵਾਂਗੇ। ਅੱਛਾ ਹਾਂ, ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਮੇਰੇ ਗੁਰੂ ਨੇ ਆਲਰੇਡੀ ਕਿੰਨੇ ਹਜ਼ਾਰਾਂ ਸਾਲ ਪਹਿਲੇ ਗੱਲ ਕਹਿ ਦਿੱਤੀ ਹੈ।
500 ਸਾਲ ਪਹਿਲੇ ਇਹ ਵਾਲੀ ਗੱਲ ਕਹਿ ਦਿੱਤੀ ਉਹਨਾਂ ਨੇ। ਤੇ religion is the biggest science if we understand that। ਠੀਕ ਹੈ ਬੱਚੇ? ਓਕੇ ਸਰ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨਦੀਪ ਕੌਰ ਜੀ, ਕਿਉਂਕਿ ਸਮਾਂ ਹੋ ਚੁੱਕਿਆ, ਬੇਟੇ ਸੰਖੇਪ ਵਿੱਚ ਹੀ ਸਵਾਲ ਪੁੱਛਿਆ ਜਾਵੇ। ਸਰ ਮੇਰਾ ਕੁਐਸਚਨ ਹੈ ਕਿ ਜਿਹੜਾ ਇੰਸਟਾਗ੍ਰਾਮ ਹੈਗਾ ਉਹ ਕਿਸਨੇ ਬਣਾਇਆ ਸੀ, ਉਹਦਾ ਨੇਮ ਦੱਸਿਓ ਔਰ ਸਪੈਲ ਆਊਟ ਕਰ ਦੇਣਾ। ਬੱਚੇ ਉਹਨਾਂ ਦਾ ਨਾਮ ਹੈ ਕੇਵਿਨ ਸਿਸਟਰੋਮ, KEVIN ਕੇਵਿਨ, ਹਾਂਜੀ, ਸਿਸਟਰੋਮ SYSTROM। ਓਕੇ ਸਰ, ਥੈਂਕ ਯੂ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਸੁਰਿੰਦਰ ਕੌਰ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਐਂਡ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਜਿਨ੍ਹਾਂ ਬੱਚਿਆਂ ਨੇ ਸਵਾਲ ਕੀਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵੀਰ ਜਸਮੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ, ਜਿਨ੍ਹਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਜਵਾਬ ਵੀ ਦਿੱਤੇ ਬੱਚਿਆਂ ਦੇ, ਤੇ ਨਾਲ ਸਮਝਾਉਣਾ ਵੀ ਕੀਤਾ ਕਿ ਅਸੀਂ ਸੈਲਫ ਸਟੱਡੀ ਜਾਂ ਸੈਲਫ ਲਰਨਿੰਗ ਕਿਵੇਂ ਕਰੀਏ, ਕਿਵੇਂ ਸਿੱਖੀਏ ਤੇ ਫਿਰ ਅੱਗੇ ਵਧੀਏ। ਸੋ ਬਹੁਤ ਬਹੁਤ ਧੰਨਵਾਦ ਜੀ। ਜਿਹੜੇ ਬੱਚਿਆਂ ਨੇ ਜਾਪ ਦੀ ਸੇਵਾ ਜਾਂ ਕੀਰਤਨ ਦੀ ਸੇਵਾ ਲੈਣੀ ਆ, ਉਹ ਸਕਰੀਨ ਸ਼ੇਅਰ ਕਰ ਦਿਓ ਜੀ, ਫੋਨ ਨੰਬਰ। ਸੋ ਇੱਥੇ ਹੀ ਕੈਂਪ ਦੀ ਸਮਾਪਤੀ ਹੈ। ਬੱਚਿਆਂ ਲਈ ਇੱਕ ਅਨਾਉਂਸਮੈਂਟ ਵੀ ਹੈਗੀ ਹੈ ਕਿ ਪੰਜਾਬ ਗਵਰਨਮੈਂਟ ਵੱਲੋਂ ਅੱਜ ਇੱਕ ਨੋਟੀਫਿਕੇਸ਼ਨ ਆ ਗਿਆ ਹੈ ਕਿ ਕੱਲ ਤੋਂ ਜਿਹੜੇ ਸਕੂਲਸ ਹੈਗੇ ਨੇ 5th ਤੋਂ ਲੈ ਕੇ 8th ਕਲਾਸ ਤੱਕ ਦੇ, ਪਹਿਲਾਂ 9th ਤੇ 12th ਜਿਹੜੇ ਸੀ ਓਪਨ ਹੋਏ ਸੀ, ਹੁਣ 5th to 8th ਦੇ ਵੀ ਓਪਨ ਹੋ ਰਹੇ ਨੇ। ਸੋ ਕੱਲ ਤੋਂ ਹੁਣ ਕੁਝ ਜਿਹੜੇ ਇੰਸਟਰਕਸ਼ਨਸ ਹੈ ਸਕੂਲਾਂ ਵੱਲੋਂ ਆਉਣੀਆਂ ਸਟਾਰਟ ਹੋ ਜਾਣਗੀਆਂ। ਸੋ ਹੋਪਫੁਲੀ ਨੈਕਸਟ ਵੀਕ ਤੋਂ ਜਿਹੜੇ ਸਕੂਲਸ ਨੇ ਉਹ ਸਟਾਰਟ ਹੋ ਜਾਣਗੇ। ਸੋ ਉਹਦੇ ਦੇਖਦੇ ਹੋਏ ਜਿਹੜਾ ਕੈਂਪ ਦਾ ਲਾਸਟ ਡੇ ਹੈ ਉਹ ਅਸੀਂ ਨੈਕਸਟ ਟਿਊਜ਼ਡੇ ਕਰ ਰਹੇ ਹਾਂ ਜੀ। ਸੋ ਸਾਰੇ ਬੱਚਿਆਂ ਨੇ ਹੁਣ ਤੱਕ ਬਹੁਤ ਵਧੀਆ ਕੀਤਾ ਔਰ ਸੈਲਫ ਲਰਨਿੰਗ ਦੇ ਨਾਲ, ਇਸ ਹੋਪ ਦੇ ਨਾਲ ਹੀ ਕਿ ਅਸੀਂ ਹੋਰ ਸਿੱਖਣਾ, ਤੁਸੀਂ ਇਹ ਕੈਂਪ ਇੰਨੇ ਮਹੀਨਿਆਂ ਤੋਂ ਅਟੈਂਡ ਕਰ ਰਹੇ ਹੋ। ਸੋ ਆਸ ਕਰਦੇ ਹਾਂ ਕਿ ਅਸੀਂ ਫਾਈਨਲ ਐਗਜ਼ਾਮਸ ਤੋਂ ਬਾਅਦ ਦੁਬਾਰਾ ਇਹ ਵਾਲੇ ਕੈਂਪ ਜਿਹੜੇ ਆ ਸਟਾਰਟ ਕਰਾਂਗੇ, ਤੇ ਜਿਹੜੇ ਸਿੱਖਣ ਦੇ ਇੱਛੁਕ ਹੈਗੇ ਨੇ ਤੇ ਉਹ ਜ਼ਰੂਰ ਇਹਨੂੰ ਜੁਆਇਨ ਕਰਨਗੇ ਜੀ। ਸੋ ਮੈਂ ਜਸਮੀਤ ਸਰ ਦਾ ਬਹੁਤ ਧੰਨਵਾਦ ਕਰਦੀ ਹਾਂ। ਬਹੁਤ ਸਾਰੇ ਬੱਚੇ ਚੈਟ ਦੇ ਵਿੱਚ ਲਿਖ ਰਹੇ ਨੇ ਔਰ ਸਰ ਦਾ ਥੈਂਕ ਯੂ ਕਰ ਰਹੇ ਨੇ, ਔਰ ਇੱਕ ਆਸ ਵੀ ਉਹਨਾਂ ਦੇ ਮਨ ਵਿੱਚ ਹੈ ਕਿ ਜ਼ਰੂਰ ਉਹ ਦੁਬਾਰਾ ਸਾਡਾ ਇਹ ਸੈਸ਼ਨ ਲੈਣਗੇ ਔਰ ਬੱਚਿਆਂ ਨੂੰ ਮੋਟੀਵੇਟ ਕਰਨਗੇ ਜੀ। ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਟੀਮ ਵੱਲੋਂ ਸਰ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਹੁਣ ਸਾਰਿਆਂ ਨੂੰ ਜਿਹੜੇ ਨੰਬਰ ਬਹੁਤ ਸ਼ੋ ਬਹੁਤ ਕੀਤੇ, ਧੰਨਵਾਦ ਜੀ। ਸੋ ਜਿਹੜੇ ਵੀ ਬੱਚੇ ਜਾਪ ਦੀ ਸੇਵਾ, ਕੀਰਤਨ, ਕਵਿਸ਼ਰੀ ਦੀ ਸੇਵਾ ਲੈਣਾ ਚਾਹੁੰਦੇ ਨੇ ਉਹਨਾਂ ਨੰਬਰ ਤੇ ਸੰਪਰਕ ਕਰ ਸਕਦੇ। ਇੱਥੇ ਕੈਂਪ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।